You are listening to the online streaming service from Emmanuel Church, Handsworth, Birmingham, UK. ਓਕੇ ਆਓ ਅਸੀਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਈਏ ਜੋ ਮੈਨੂਅਲ ਚਰਚ ਬਰਮਿੰਘਮ ਦੇ ਵਿੱਚ ਆਨਲਾਈਨ ਸ਼ੁਰੂ ਹੋ ਰਿਹਾ ਔਰ ਪ੍ਰਭੂ ਅੱਗੇ ਇਹ ਬੇਨਤੀ ਹੈ ਕਿ ਜੋ ਵੀ ਇੱਥੇ ਸ਼ਾਮਲ ਹੋ ਰਹੇ ਆ ਉਹਨਾਂ ਨੂੰ ਪ੍ਰਭੂ ਬਰਕਤ ਦੇਵੇ ਔਰ ਹਰ ਇੱਕ ਦਾ ਸਵਾਗਤ ਕਰਦੇ ਹਾਂ, ਖਾਸ ਕਰ ਉਹਨਾਂ ਦਾ ਜੋ ਪਹਿਲੀ ਵਾਰ 'ਚ ਸ਼ਾਮਲ ਹੋ ਰਿਹਾ। ਇੱਕ ਅਸੀਂ ਐਤ ਪੜ੍ਹਦੇ ਹਾਂ ਸ਼ੁਰੂ ਦੇ ਵਿੱਚ, ਉਹ ਮਤੀ ਦੀ ਅੰਜੀਲ ਉਹਦਾ ਦੂਸਰਾ ਅਧਿਆਏ ਔਰ 11 ਐਤ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, ਅਤੇ ਉਹਨਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਸ ਦੀ ਮਾਤਾ ਮਰੀਅਮ ਅਤੇ ਡਿੱਠਾ, ਬੇਪੈਰੀਂ ਪੈ ਕੇ ਉਸ ਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਸੋਨਾ, ਲਬਾਨ ਅਤੇ ਗੰਧਰਸ ਉਹਦੀ ਭੇਂਟ ਕੀਤੀ। ਇੱਥੇ ਗੱਲ ਹੋ ਰਹੀ ਆ ਖਾਸ ਕਰ ਜੋ ਪ੍ਰਭੂ ਯਿਸੂ ਮਸੀਹ ਦਾ ਜਦੋਂ ਜਨਮ ਹੋਇਆ ਔਰ ਜਿਹੜੇ ਮਜੂਸੀ ਜਿਨ੍ਹਾਂ ਨੂੰ ਵਾਇਸ ਮੈਨ ਕਿਹਾ ਜਾਂਦਾ ਉਹ ਆਏ ਔਰ ਉਹਨਾਂ ਨੇ ਇੱਥੇ ਲਿਖਿਆ ਕਿ ਜੋ ਉਹ ਨਾਲ ਲੈ ਕੇ ਥੈਲੀਆਂ ਆਏ ਸੀਗੇ, ਉਹਨਾਂ ਨੇ ਸੋਨਾ, ਲਬਾਨ ਅਤੇ ਗੰਧਰਸ ਉਹਨਾਂ ਨੇ ਖੋਲ੍ਹ ਕੇ ਉਹ ਮੱਥਾ ਟੇਕਿਆ ਔਰ ਪ੍ਰਭੂ ਨੂੰ ਉਹਨਾਂ ਨੇ ਸਿਜਦਾ ਕੀਤਾ। ਜੇ ਦੁਨਿਆਵੀ ਅੱਖ ਦੇ ਨਾਲ ਇਸ ਚੀਜ਼ ਨੂੰ ਦੇਖਿਆ ਜਾਵੇ ਤਾਂ ਪ੍ਰਭੂ ਯਿਸੂ ਮਸੀਹ ਮਹਿਲਾਂ ਦੇ ਵਿੱਚ ਨਹੀਂ ਸੀ ਪੈਦਾ ਹੋਇਆ, ਜਿਸ ਤਰ੍ਹਾਂ ਕਿ ਬਾਦਸ਼ਾਹੀ ਦੇ ਇਹ ਜੋ ਨਜ਼ਰਾਨੇ ਉਹ ਲੈ ਕੇ ਗਏ ਆ ਇੱਥੇ ਕਿ ਜਿਹੜਾ ਸੋਨਾ, ਲਬਾਨ ਔਰ ਗੰਧਰਸ ਇਹ ਬਾਦਸ਼ਾਹੀ ਲੋਕਾਂ ਦੇ ਮਹਿਲਾਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਸੀਗਾ। ਔਰ ਇੱਥੋਂ ਸਾਨੂੰ ਪਤਾ ਲੱਗਦਾ ਕਿ ਜਿਹੜੇ ਮਜੂਸੀ ਉੱਥੇ ਆਏ ਸੀਗੇ ਉਹਨਾਂ ਨੇ ਸਿਰਫ ਉਹੀ ਨਹੀਂ ਦੇਖਿਆ ਕਿ ਹਾਂ ਕਿ ਇੱਕ ਬਾਲਕ ਆ, ਇਹ ਇੱਥੇ ਜਨਮ ਹੋਇਆ ਖੁਰਲੀ ਦੇ ਵਿੱਚ ਆ, ਇਹਨੂੰ ਤਾਂ ਸਰਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲੀ। ਉਹ ਉਸ ਚੀਜ਼ ਨੂੰ ਪਾਰ ਕਰ ਗਏ ਸੀਗੇ ਕਿ ਜੋ ਪ੍ਰਭੂ ਯਿਸੂ ਮਸੀਹ ਦਾ ਮਕਸਦ ਹੈ ਇੱਥੇ ਜਨਮ ਲੈਣ ਦਾ ਔਰ ਸਲੀਬ 'ਤੇ ਜਾ ਕੇ ਜੋ ਉਹਦੇ ਲੋਕ ਆ ਉਹਨਾਂ ਦੀ ਪਾਪਾਂ ਦੀ ਖਾਤਰ ਜੋ ਉਹਨੇ ਕੀਮਤ ਅਦਾ ਕਰਨੀ ਆ। ਔਰ ਜਦੋਂ ਫਿਰ ਉਹਨੇ ਆਪਣੀ ਬਾਦਸ਼ਾਹੀ ਦੇ ਵਿੱਚ ਜਦੋਂ ਦੁਬਾਰਾ ਆਉਣਾ ਆ, ਉਹ ਉਸ ਚੀਜ਼ ਵੱਲ ਦੇਖ ਰਹੇ ਸੀਗੇ ਕਿ ਜੋ ਸਿੰਘਾਸਨ ਦੇ ਵਿੱਚ ਆ ਸਿਰਫ ਇੱਕੋ ਹੀ ਪ੍ਰਭੂ ਆ, ਇੱਕੋ ਹੀ ਰਾਜਿਆਂ ਦਾ ਰਾਜਾ ਆ ਔਰ ਉਹੀ ਇਸ ਲਾਇਕ, ਇਸ ਯੋਗ ਆ ਕਿ ਜਿਹਦੀ ਉਪਾਸਨਾ ਕੀਤੀ ਜਾਵੇ, ਦੇ ਜਿਹੜੇ ਹਜ਼ੂਰ ਜੋ ਬਾਦਸ਼ਾਹੀ ਦੇ ਮੁਤਾਬਕ ਨਜ਼ਰਾਨੇ ਲੈ ਕੇ ਉਹਨਾਂ ਨੇ ਆਉਂਦੇ। ਸੋ ਆਓ ਅਸੀਂ ਵੀ ਇਸ ਪ੍ਰਭੂ ਜੋ ਰਾਜਿਆਂ ਦਾ ਰਾਜਾ ਔਰ ਜੋ ਬਾਦਸ਼ਾਹ ਦਾ ਬਾਦਸ਼ਾਹ ਉਹਦੀ ਉਪਾਸਨਾ ਵਾਸਤੇ ਅਸੀਂ ਰਲ ਕੇ ਹੁਣ ਗੀਤ ਗਾਵਾਂਗੇ, ਸਾਰੇ ਰਲ ਕੇ ਜੋ ਸਕਰੀਨ 'ਤੇ ਆਊਗਾ। ਹੁਣ ਵਕਤ ਸਲੀਬ ਆਉਣੇ ਦਾ, ਦੁਨੀਆ ਵਿੱਚ ਧੂਮ ਮਚਾਉਣੇ ਦਾ। ਹੁਣ ਜਾਗੀਏ ਨੀਂਦ ਵਸਾਰੀਏ ਜੀ, ਯਸ਼ੂ ਨਾਮ ਦੇ ਨਾਰੇ ਮਾਰੀਏ ਜੀ। ਹੁਣ ਗਾਫਲ ਜਿਹੜੇ ਸੌਂਦੇ ਹੋ, ਹੁਣ ਵਕਤ ਜ਼ਮਾਨਾ ਜਗਾਉਣੇ ਦਾ। ਰੂਹੇ ਪਾਕ ਦੇ ਲੋਹ ਹਥਿਆਰ ਬਾਹੀ, ਕਮਰ ਕਸ ਕੇ ਹੋ ਜੋ ਤਿਆਰ ਬਾਹੀ। ਹਰ ਘੜੀ ਕੂਚੇ ਵਿੱਚ ਜਾ ਕੇ, ਹੁਣ ਵਕਤ ਕਲਾਮ ਸੁਣਾਉਣੇ ਦਾ। ਯਸ਼ੂ ਰੱਬ ਦਾ ਬੇਟਾ ਆਇਆ ਹੈ, ਇਸ ਦੁਨੀਆ ਨੂੰ ਹਾਨ ਬਚਾਇਆ ਹੈ। ਸਾਡੇ ਦਿਲਾਂ ਵਿੱਚ ਚਾਨਣ ਲਾਇਆ ਹੈ, ਹੁਣ ਵਕਤ ਉਹਦੇ ਗੁਣ ਗਾਉਣੇ ਦਾ। ਕਰ ਤੌਬਾ ਜੇ ਮੁਕਤੀ ਪਾਉਣੀ ਹੈ, ਅੱਜ ਸੋਚ
ਹੁਣ ਅਸੀਂ ਜੋ ਪ੍ਰਾਰਥਨਾ ਦੇ ਵਿੱਚ ਪ੍ਰਭੂ ਦੇ ਅੱਗੇ ਇਕੱਠੇ ਹੋ ਕੇ ਆਉਣਾ, ਸੋ ਅਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਵਿੱਚ ਆਈਏ। ਸਵਰਗੀ ਪਿਤਾ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ ਕਿ ਸੱਚਮੁੱਚ ਤੁਸੀਂ ਪ੍ਰਭੂ ਜੀ ਇੱਕੋ ਹੀ ਸੱਚੇ ਜਿੰਦਾ ਪਰਮੇਸ਼ਰ ਹੋ, ਜੋ ਤੁਸੀਂ ਕਿਸ ਤਰ੍ਹਾਂ ਜਿਨ੍ਹਾਂ ਦੇ ਭੇਦ ਖੋਲ੍ਹਿਆ ਪ੍ਰਭੂ ਜੀ, ਤੁਸੀਂ ਕਿ ਤੁਹਾਨੂੰ ਸਿਜਦਾ ਕੀਤਾ ਜਾਵੇ ਤੁਹਾਡੇ ਹਜ਼ੂਰ, ਜੋ ਪਦੀ ਤੁਹਾਡੀ ਪਰਮੇਸ਼ਰਤਾਈ, ਤੁਹਾਡੀ ਬਾਦਸ਼ਾਹੀ ਦੇ ਮੁਤਾਬਕ ਇਨਸਾਨ ਜੋ ਹੈ ਉਹ ਨਜ਼ਰਾਨੇ ਲਿਆਉਣ ਔਰ ਤੁਹਾਨੂੰ ਮੱਥਾ ਟੇਕਣ ਭਾਅ ਜੀ। ਥੈਂਕ ਯੂ। ਇਹੋ ਜਿਹੇ ਪਰਮੇਸ਼ਰ ਦੇ ਅਸੀਂ ਹਜ਼ੂਰ ਆਉਂਦੇ ਹਾਂ ਜੋ ਇਨਸਾਨਾਂ ਨੂੰ ਮਾਫ ਕਰਦਾ, ਔਰ ਜੋ ਅੱਜ ਵੀ ਦੁਨੀਆ ਉੱਤੇ ਇਨਸਾਨ ਦੀ ਸਬਰ ਦੇ ਨਾਲ ਇੰਤਜ਼ਾਰ ਕਰਦਾ ਕਿ ਜੋ ਇਨਸਾਨ ਹੈ ਤੌਬਾ ਕਰੇ, ਤੁਹਾਡੇ ਰਾਜ ਵਿੱਚ ਸ਼ਾਮਲ ਹੋਏ ਭਾਅ ਜੀ। ਥੈਂਕ ਯੂ ਕਰਦੇ ਇਹਨਾਂ ਦਿਨਾਂ ਵਿੱਚ ਜਿਸ ਤਰ੍ਹਾਂ ਵੀ ਤੁਹਾਡੀ ਮਰਜ਼ੀ ਪੂਰੀ ਦੁਨੀਆ ਦੇ ਵਿੱਚ ਭਾਅ ਜੀ। ਔਰ ਇਹ ਪ੍ਰਾਰਥਨਾ ਕਿ ਜੋ ਇਹ ਸਮਾਂ ਚੱਲ ਰਿਹਾ ਵਾਰਿਸ ਦਾ ਪ੍ਰਭੂ ਜੀ, ਬਹੁਤ ਸਾਰੇ ਦੁਨੀਆ ਦੇ ਵਿੱਚ ਜਿਹੜੇ ਹੈਗੇ ਆ ਨੰਬਰ ਅਪ ਹੋ ਰਹੇ ਆ। ਇਸ ਮੁਲਕ ਦੇ ਵਿੱਚ ਵੀ ਜਦੋਂ ਸਕੂਲ ਖੁੱਲ੍ਹ ਗਏ ਆ, ਔਰ ਭਾਅ ਜਦੋਂ ਸਕੂਲ ਬੱਚੇ ਜਾਂਦੇ ਆ, ਘਰਾਂ ਦੇ ਵਿੱਚ ਆਉਂਦੇ ਆ, ਤੁਸੀਂ ਭਾਅ ਜੀ ਇਸ ਮੁਲਕ 'ਤੇ ਦਇਆ ਕਰਨੀ। ਔਰ ਸਭ ਤੋਂ ਵੱਡੀ ਗੱਲ ਤੁਹਾਡਾ ਜਿਹੜਾ ਕੰਮ ਆ, ਜੋ ਤੁਹਾਡੀ ਮਰਜ਼ੀ ਆ, ਤੁਹਾਡੇ ਪਲਾਨ ਆ ਭਾਅ ਜੀ, ਤੁਹਾਡਾ ਵਚਨ ਆ, ਉਹ ਲੋਕਾਂ ਦੇ ਤੱਕ ਪਹੁੰਚ ਸਕੇ ਭਾਅ ਜੀ। ਜੋ ਸਾਡੀਆਂ ਲੋੜਾਂ ਜ਼ਰੂਰਤਾਂ ਆ, ਗੀਤਾ ਦੀ ਜੋ ਮਮ ਜੋ ਬੋਲਸਲ ਵਾਲੀ ਆ, ਉਹਨਾਂ ਦੀ ਮਮ ਦੀ ਭਾਅ ਜੀ ਜੋ ਵੀ ਸਿਹਤ ਆ ਤੁਸੀਂ ਜਾਣਦੇ ਆ, ਤੁਹਾਡੇ ਹਜ਼ੂਰ ਲਿਆਉਂਦੇ ਆ। ਔਰ ਐਰਨ ਵਾਸਤੇ, ਔਰ ਜੋ ਭਾਈ ਨਿਰੰਜਨ ਉਹਦਾ ਬ੍ਰਦਰ ਜਦੋਂ ਹੌਸਪੀਟਲ ਆ ਭਾਅ ਜੀ, ਆਤਮਕ ਹਨੇਰਾ ਜੋ ਉਹਦੇ ਜੀਵਨ 'ਚ ਆ ਭਾਅ ਜੀ, ਉਹ ਤੇ ਤੰਦਰੁਸਤੀ ਤੁਹਾਡੇ ਕੋਲੋਂ ਮੰਗਦੇ ਆ। ਗੁਰਪ੍ਰੀਤ ਨੂੰ, ਉਹਦੇ ਪਰਿਵਾਰ ਨੂੰ ਜੋ ਵੀ ਸਿੰਪਟਮਸ ਹੈਗੇ ਆ ਭਾਅ ਜੀ, ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਤੰਦਰੁਸਤੀ ਦੇਣੀ, ਔਰ ਭਾਅ ਜੀ ਫਿਰ ਦੁਬਾਰਾ ਤੁਹਾਡੇ ਲੋਕਾਂ ਵਿੱਚ ਉਹ ਥੋੜ੍ਹੇ ਦਿਨਾਂ ਬਾਅਦ ਆਈਸੋਲੇਸ਼ਨ ਤੋਂ ਬਾਹਰ ਨਿਕਲਣ, ਔਰ ਤੁਹਾਡੇ ਲੋਕਾਂ 'ਚ ਤੁਹਾਡੀ ਉਪਾਸਨਾ ਕਰਨ ਵਾਲੇ ਹੋਰ ਕੋਈ ਸਾਡੇ ਅਗਰ ਵਿਚਕਾਰ ਕੋਈ ਦੁੱਖ ਮੁਸੀਬਤ ਦੇ ਵੇਦੀ ਲੰਘ ਰਿਹਾ ਭਾਅ ਜੀ, ਤੁਸੀਂ ਉਹਨਾਂ ਨੂੰ ਵੀ ਬਰਕਤ ਦੇਣੀ। ਅੱਜ ਦਾ ਵਚਨ ਤੁਹਾਡੇ ਦਾਸ ਨੇ ਖੋਲ੍ਹਣਾ ਆ ਪ੍ਰਭੂ ਜੀ, ਅਤੇ ਤੁਸੀਂ ਸਵਰਗ ਤੋਂ ਆਪਣੀ ਮਰਜ਼ੀ, ਆਪਣੇ ਵਚਨ ਜਿਹੜੇ ਆ ਦਿੱਤੇ ਹੋਏ ਤੁਹਾਡੇ ਮਕਸਦ ਪੂਰੇ ਹੋਣ, ਔਰ ਆਪਣੇ ਦਾਸ ਨੂੰ ਤੁਸੀਂ ਮਸਾ ਕਰਨਾ। ਸੁਣਨ ਵਾਲਿਆਂ 'ਤੇ ਤੁਹਾਡੀ ਆਸ਼ੀਸ਼ ਤੇ ਬਰਕਤ ਹੋਵੇ, ਇਹ ਮੰਗਦੇ ਹਾਂ ਸਾਰਾ ਕੁਛ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਹੁਣ ਤੁਸੀਂ ਜੋ ਇਸ ਹਫ਼ਤੇ ਦੇ ਐਲਾਨ ਆ ਉਹ ਸੁਣਨੇ ਆ। ਅੱਜ ਸ਼ਾਮ ਨੂੰ ਇੱਥੇ ਜਿਸ ਤਰ੍ਹਾਂ ਹੁਣ ਮੀਟਿੰਗ ਸ਼ੁਰੂ ਹੁੰਦੀ ਆ 5 ਵਜੇ, ਤੁਸੀਂ ਮਿਹਰਬਾਨੀ ਕਰਕੇ ਸਾਰਿਆਂ ਨੇ ਉਹਦੇ ਵਿੱਚ ਜਿੰਨੇ ਵੀ ਆ ਸਕਦੇ ਆ ਉਹਦੇ ਵਿੱਚ ਸ਼ਾਮਲ ਹੋਵੇ। ਔਰ ਇਹ ਬੜੀ ਬਰਕਤ ਵਾਲੀ ਗੱਲ ਹੈ ਜਦੋਂ ਅਸੀਂ ਇੱਥੇ ਆਉਂਦੇ ਹਾਂ। ਔਰ ਜਿਸ ਤਰ੍ਹਾਂ ਦੱਸਿਆ ਗਿਆ ਬਹੁਤ ਵਾਰੀ ਕਿ ਇਹ ਪਹਿਲਾਂ ਵਾਂਗੂ ਸਾਰਾ ਕੁਝ ਨਹੀਂ ਹੈਗਾ, ਅਤੇ ਤੁਸੀਂ 5 ਤੋਂ ਥੋੜ੍ਹੇ ਚਿਰ ਪਹਿਲਾਂ ਆਓ। ਜਿਹੜੀ ਮਾਸਕ ਵੀ ਪਾਉਣੀ ਪੈਂਦੀ ਆ, ਆਪਾਂ ਗੀਤ ਵੀ ਇੱਥੇ ਨਹੀਂ ਗਾ ਸਕਦੇ, ਪਰ ਫਿਰ ਵੀ ਜੋ ਪ੍ਰਭੂ ਦਾ ਵਚਨ ਇੱਥੇ ਬੈਠ ਕੇ ਸੁਣਦੇ ਆ, ਉਹ ਇੱਕ ਬਹੁਤ ਵੱਖਰੀ ਚੀਜ਼ ਹੈ। ਸੋ ਇਹਦੇ ਵਿੱਚ ਸਾਰੇ ਜੋ ਵੀ ਆ ਸਕਦੇ ਸ਼ਾਮਲ ਹੋਣ। ਮੰਗਲਵਾਰ ਨੂੰ ਜਿਹੜੀ ਪੰਜਾਬੀ ਦੀ ਮੀਟਿੰਗ ਆ ਭੈਣਾਂ ਭਾਈਆਂ ਦੇ ਵਾਸਤੇ ਜ਼ੂਮ 'ਤੇ 7 ਵਜੇ ਹੁੰਦੀ ਆ, ਉਹ ਹੋਊਗੀ। ਔਰ ਬੁੱਧਵਾਰ ਨੂੰ ਜੋ ਭੈਣਾਂ ਭਾਈ ਅੰਗਰੇਜ਼ੀ ਵਿੱਚ ਬੋਲਦੇ ਉਹਨਾਂ ਦੇ ਵਾਸਤੇ ਇਹ ਮੀਟਿੰਗ ਹੋਊਗੀ। ਸ਼ੁੱਕਰਵਾਰ ਨੂੰ 6 ਵਜੇ ਜੋ ਬੱਚਿਆਂ ਦੇ ਵਾਸਤੇ ਹੈਗਾ ਇੰਤਜ਼ਾਮ ਸੰਡੇ ਸਕੂਲ ਦਾ, ਉਹਦੇ ਵਿੱਚ ਮਾਪਿਆਂ ਨੂੰ ਜਿਸ ਤਰ੍ਹਾਂ ਬਾਰ-ਬਾਰ ਇਹ ਕਿਹਾ ਜਾਂਦਾ ਆ ਕਿ ਤੁਸੀਂ ਉਹਦੇ 'ਚ ਬੱਚਿਆਂ ਨੂੰ ਤਿਆਰ ਕਰਕੇ ਉਹਦੇ 'ਚ ਬਿਠਾ ਲਓ। ਜੋ ਪ੍ਰਭੂ ਦੀ ਬਰਕਤ ਆ, ਜੋ ਕੰਮ ਆ ਛੋਟੇ ਜੀਵਨ ਦੇ ਵਿੱਚ ਹੋ ਜਾਣਾ, ਉਹ ਇੱਕ ਬਹੁਤ ਜ਼ਰੂਰੀ ਗੱਲ ਆ। ਔਰ ਪ੍ਰਭੂ ਦੀ ਮਰਜ਼ੀ ਹੋਈ ਤਾਂ ਅਸੀਂ ਅਗਲੇ ਐਤਵਾਰ ਫਿਰ ਇਕੱਠੇ ਹੋਵਾਂਗੇ 11 ਵਜੇ ਔਨਲਾਈਨ ਸਰਵਿਸ ਦੇ ਵਿੱਚ, ਅਤੇ 5 ਵਜੇ ਇੱਥੇ ਚਰਚ ਦੇ ਵਿੱਚ ਅਸੀਂ ਪ੍ਰਭੂ ਦੀ ਮਰਜ਼ੀ ਹੋਈ 'ਤੇ ਮਿਲਾਂਗੇ। ਹੁਣ ਜੋ ਅੱਜ ਪ੍ਰਭੂ ਦਾ ਵਚਨ ਆ ਉਹ ਪੜ੍ਹਿਆ ਜਾਊਗਾ। ਪ੍ਰਕਾਸ਼ ਦੀ ਪੋਥੀ ਉਹਦਾ 12 ਅਧਿਆਏ, ਪ੍ਰਕਾਸ਼ ਦੀ ਪੋਥੀ ਉਹਦਾ 12 ਅਧਿਆਏ, ਪਹਿਲੀਆਂ 6 ਆਇਤਾਂ ਅਸੀਂ ਪੜ੍ਹਾਂਗੇ। ਆਕਾਸ਼ ਉੱਤੇ ਇੱਕ ਵੱਡਾ ਨਿਸ਼ਾਨ ਦਿਸਿਆ, ਅਰਥਾਤ ਇੱਕ ਇਸਤਰੀ ਜਿਹੜੀ ਸੂਰਜ ਪਹਿਨੀ ਹੋਈ ਸੀ ਅਤੇ ਚੰਦਰਮਾ ਉਹਦੇ ਪੈਰਾਂ ਹੇਠ ਅਤੇ 12 ਤਾਰਿਆਂ ਦਾ ਮੁਕਟ ਉਹਦੇ ਸਿਰ ਉੱਤੇ ਸੀ।
ਉਹ ਗਰਭਵੰਤੀ ਅਤੇ ਜਨਨ ਦੇ ਦੁੱਖ ਅਤੇ ਪੀੜਾਂ ਲੱਗਣ ਕਰਕੇ ਚੀਕਾਂ ਮਾਰਦੀ ਸੀ ਅਤੇ ਆਕਾਸ਼ ਉੱਤੋਂ ਇੱਕ ਹੋਰ ਨਿਸ਼ਾਨ ਦਿਸਿਆ ਅਤੇ ਵੇਖੋ ਇੱਕ ਵੱਡਾ ਭਾਰਾ ਲਾਲ ਅਜਗਰ ਸੀ ਜਿਹਦੇ 7 ਸਿਰ ਅਤੇ 10 ਸਿੰਗ ਸਨ ਅਤੇ ਉਹਦਿਆਂ ਸਿਰਾਂ ਉੱਤੇ 7 ਮੁਕਟ ਅਤੇ ਉਹਦੀ ਪੂਛ ਨੇ ਆਕਾਸ਼ ਦੇ ਤਾਰਿਆਂ ਦੀ 1/3 ਨੂੰ ਵਲੇਟ ਕੇ ਖਿੱਚਿਆ ਅਤੇ ਉਹਨਾਂ ਨੂੰ ਧਰਤੀ ਦੇ ਉੱਤੇ ਮਾਰਿਆ ਅਤੇ ਉਹ ਅਜਗਰ ਉਸ ਇਸਤਰੀ ਦੇ ਅੱਗੇ ਜਿਹੜੀ ਜਣ ਲੱਗੀ ਸੀ ਜਾ ਖਲੋਤਾ ਬਈ ਜਿਸ ਵੇਲੇ ਉਹ ਜਣੇ ਤਾਂ ਉਹਦੇ ਬਾਲਕ ਨੂੰ ਪਛ ਲਵੇ। ਉਹ ਇੱਕ ਪੁੱਤਰ ਇੱਕ ਨਰ ਬਾਲ ਜਣੀ ਜਿਹਨੇ ਲੋਹੇ ਦੇ ਡੰਡੇ ਨਾਲ ਸਭਨਾਂ ਕੌਮਾਂ ਉੱਤੇ ਹਕੂਮਤ ਕਰਨੀ ਹੈ ਅਤੇ ਉਹ ਦਾ ਬਾਲਕ ਪਰਮੇਸ਼ਰ ਕੋਲ ਹੈ ਅਤੇ ਸਿੰਘਾਸਨ ਕੋਲ ਉਠਾਇਆ ਗਿਆ ਅਤੇ ਉਹ ਇਸਤਰੀ ਅਜਾੜ ਵਿੱਚ ਨੱਸ ਗਈ ਜਿੱਥੇ ਪਰਮੇਸ਼ਰ ਦੀ ਵੱਲੋਂ ਇੱਕ ਥਾਂ ਉਹਦੇ ਲਈ ਤਿਆਰ ਕੀਤਾ ਹੋਇਆ ਹੈ ਬਈ ਉੱਥੇ 1260 ਦਿਨ ਉਹਦੀ ਪਿਰਤਪਾਲ ਹੋਵੇ। ਆਮੀਨ। ਇਸ ਤੋਂ ਪਹਿਲਾਂ ਕਿ ਪ੍ਰਭੂ ਦਾ ਦਾਸ ਕਿ ਇਹਨਾਂ ਬੱਚਿਆਂ ਨੂੰ ਖੋਲ੍ਹੇ ਅਸੀਂ ਰਲ ਕੇ ਗੀਤ ਗਾਉਂਦੇ ਜੋ ਸਕਰੀਨ ਦੇ ਉੱਤੇ ਆਊਗਾ, ਸੋ ਅਸੀਂ ਇਸ ਗੀਤ ਵਿੱਚ ਸ਼ਾਮਲ ਹੋਈਏ। Man of sorrows, what a name for the Son of God who came, ruined sinners to reclaim. Hallelujah, what a Savior, bearing shame and scoffing rude, in my place condemned he stood, sealed my pardon with his blood. Hallelujah, what a Savior, guilty, vile and helpless weak, spotless Lamb of God was he, full atonement can it be? Hallelujah, what a Savior, lifted up was he to die. It is finished was his cry. Now in heaven exalted high. Hallelujah, what a Savior. When he comes, our glorious King, all his ransom home to bring, then you this song will sing. Hallelujah, what a Savior. Why do churches die? ਜਿਹੜੀ ਕਲੀਸਿਆ ਮੰਡਲੀ ਆ ਚਰਚਾ ਕਿਉਂ ਮਰ ਜਾਂਦੇ ਆ? Why do Christians fall into sin, ਕਿਉਂ ਜਿਹੜੇ ਮਸੀਹੀ ਲੋਕ ਆ ਉਹ ਪਾਪ ਵਿੱਚ ਡਿੱਗ ਪੈਂਦੇ ਆ? often into public sin, which ruins their witness and brings so much shame upon the work of the gospel? ਔਰ ਖਾਸ ਕਰਕੇ ਜਦੋਂ ਉਹ ਪਾਪ ਜਿਹੜੇ ਦੁਨੀਆ ਦੇ ਲੋਕਾਂ ਦੇ ਸਾਹਮਣੇ ਹੁੰਦੇ ਆ ਔਰ ਜਿਹਦੇ ਵਿੱਚ ਜੋ ਪ੍ਰਭੂ ਦੀ ਅਗਵਾਈ ਹੁੰਦੀ ਆ, ਪ੍ਰਭੂ ਦਾ ਨਾਂ ਜਿਹੜਾ ਬਦਨਾਮ ਹੁੰਦਾ ਆ। Why do churches become cold and loveless? ਕਿਉਂ ਜਿਹੜੀਆਂ ਮੰਡਲੀਆਂ ਆ ਉਹ ਠੰਡੀਆਂ ਪੈ ਜਾਂਦੀਆਂ, ਉਹਨਾਂ 'ਚ ਪਿਆਰ ਨਹੀਂ ਰਹਿੰਦਾ? Why do churches stop witnessing and Christians stop evangelizing? ਕਿਉਂ ਜਿਹੜੀਆਂ ਮੰਡਲੀਆਂ ਆ ਉਹ ਅਗਵਾਈ ਨਹੀਂ ਬਣ ਕੇ ਰਹਿੰਦੀਆਂ ਜਾਂ ਜਿਹੜੇ ਪ੍ਰਭੂ ਦੇ ਲੋਕ ਆ ਉਹ ਮਨਾਦੀ ਕਰਨੀ ਬੰਦ ਕਰ ਦਿੰਦੇ ਆ? Why do churches forsake the truth? Why is there so much false teaching in churches? ਕਿਉਂ ਜਿਹੜੀ ਮੰਡਲੀਆਂ ਦੇ ਵਿੱਚ ਆ ਉਹ ਸੱਚਾਈ ਹੈ ਨਹੀਂ ਗੀ, ਕਿਉਂ ਜਿਹੜੀ ਝੂਠੀ ਸਿੱਖਿਆ ਉਹ ਆ ਜਾਂਦੀ ਆ? Why is it that Christians in churches can keep grudges against each other? ਔਰ ਕਿਉਂ ਜਿਹੜੇ ਮੰਡਲੀਆਂ ਦੇ ਵਿੱਚ ਆ ਭੈਣ ਭਾਈ ਆ ਇੱਕ ਦੂਸਰੇ ਦੇ ਖਿਲਾਫ ਜਿਹੜੇ ਦਿਲਾਂ ਦੇ ਵਿੱਚ ਉਹ ਜੋ ਬਣਾ ਕੇ ਰੱਖਦੇ ਕਿ ਇਹ ਇੱਕ ਦੂਸਰੇ ਨਾਲ ਬਹਿ ਰੱਖਦੇ ਆ? Why don't Christians pray more?
ਕਿਉਂ ਜਿਹੜੇ ਮਸੀਹੀ ਲੋਕ ਆ ਉਹ ਹੋਰ ਪ੍ਰਾਰਥਨਾ ਨਹੀਂ ਕਰਦੇ? Why is there a lack of zeal and enthusiasm to reach the lost in churches? ਔਰ ਕਿਉਂ ਜਿਹੜੀ ਮੰਡਲੀਆਂ ਦੇ ਵਿੱਚ ਜਿਹੜੀ ਗੈਰਤ ਹੈ ਜਾਂ ਪ੍ਰਭੂ ਦੇ ਲੋਕਾਂ ਦੇ ਵਿੱਚ ਉਹ ਜੋਸ਼ ਨਹੀਂ ਰਹਿੰਦਾ ਕਿ ਜਿਹੜੇ ਗਵਾਚੇ ਹੋਏ ਲੋਕ ਆ ਉਹਨਾਂ ਤੱਕ ਪ੍ਰਭੂ ਦਾ ਵਚਨ ਫੈਲੇ? Why are Christians so caught up in the world that they don't want to serve the Lord? ਔਰ ਕਿਉਂ ਜਿਹੜੇ ਪ੍ਰਭੂ ਦੇ ਲੋਕ ਆ ਉਹ ਦੁਨੀਆ ਦੇ ਵਿੱਚ ਗਵਾ ਜਾਂਦੇ ਆ, ਪ੍ਰਭੂ ਦੀ ਸੇਵਾ 'ਚ ਨਹੀਂ ਲੱਗਦੇ? Why do Christians just want an easy life? ਔਰ ਕਿਉਂ ਜਿਹੜੇ ਪ੍ਰਭੂ ਦੇ ਲੋਕ ਆ ਉਹ ਚਾਹੁੰਦੇ ਕਿ ਸੌਖਾ ਜਿਹਾ ਜੀਵਨ ਹੋਵੇ? Why do they come to church and think it's like a hospital where they need to get fixed up and don't see the Christian life like warfare? ਔਰ ਕਿਉਂ ਉਹ ਜਦੋਂ ਮੰਡੀਆਂ ਦੇ ਵਿੱਚ ਆਉਂਦੇ ਆ ਉਹ ਜਿਸ ਤਰ੍ਹਾਂ ਕਿ ਹਸਪਤਾਲ ਜਾਂਦੇ ਆ ਕਿ ਜੋ ਵੀ ਕੋਈ ਦੁੱਖ ਮੁਸੀਬਤ ਹੁੰਦੀ ਆ ਉਹ ਸਾਰਾ ਕਿ ਠੀਕ ਹੋ ਜਾਵੇ, ਇਸ ਤੋਂ ਅੱਗੇ ਹੋਰ ਕੁਝ ਨਹੀਂ? Why do Christians suffer? ਔਰ ਕਿਉਂ ਜਿਹੜੇ ਮਸੀਹੀ ਲੋਕ ਆ ਦੁੱਖ ਉਠਾਉਂਦੇ ਆ? Why do they get cancer? ਕਿਉਂ ਉਹਨਾਂ ਨੂੰ ਕੈਂਸਰ ਹੋ ਜਾਂਦੀ ਆ? Why do some Christians get killed? ਔਰ ਕਿਉਂ ਜਿਹੜੇ ਕਈ ਲੋਕ ਆ ਮਸੀਹੀ ਲੋਕ ਉਹ ਮਰ ਜਾਂਦੇ ਆ? Why do some go hungry? ਔਰ ਕਿਉਂ ਜਿਹੜੇ ਲੋਕ ਆ ਉਹ ਭੁੱਖਾਂ ਦੇ ਵਿੱਚ ਰਹਿੰਦੇ ਆ? Why do churches compromise? ਔਰ ਕਿਉਂ ਜਿਹੜੀ ਮੰਡਲੀਆਂ ਉਹ ਸਮਝੌਤਾ ਕਰ ਲੈਂਦੀਆਂ? So they feel they need to be relevant to the world. ਔਰ ਤਾਂ ਕਿ ਉਹ ਕਹਿੰਦੇ ਕਿ ਹਾਂ ਕਿ ਅਸੀਂ ਜੋ ਦੁਨੀਆ ਦੇ ਨਾਲ ਅਸੀਂ ਰਲ ਕੇ ਚੱਲੀਏ। Why? ਕਿਉਂ? Why is that? Why are they these things? ਔਰ ਕਿਉਂ ਇਹ ਸਾਰਾ ਕੁਝ ਜੋ ਹੈਗਾ ਆ ਉਹ ਕਿਉਂ ਹੈਗਾ ਆ? Now there are 4 good reasons for this. ਔਰ ਇੱਥੇ ਜਿਹੜੇ 4 ਚੰਗੇ ਕਾਰਨ ਹੈਗੇ ਆ। Firstly, God is sovereign, ਔਰ ਪਹਿਲੀ ਗੱਲ ਕਿ ਜੋ ਪਰਮੇਸ਼ਰ ਆ ਉਹ ਸ਼ਕਤੀਮਾਨ ਆ he rules over all things, ਔਰ ਉਹ ਕਿ ਜੋ ਸਾਰੀ ਸ੍ਰਿਸ਼ਟੀ ਉਹਦੀ ਰਚਨਾ ਆ ਉਹਦੇ ਉੱਤੇ ਰਾਜ ਕਰਦਾ and he ਆ allows sin and difficulties to function. ਔਰ ਕਿ ਕਈ ਜਿਹੜੀਆਂ ਮੁਸ਼ਕਲਾਂ ਆ ਜਿਹੜਾ ਪਾਪ ਵੀ ਆ ਉਹ ਵੀ ਦੁਨੀਆ ਦੇ ਵਿੱਚ ਹੋ ਰਿਹਾ, ਪ੍ਰਭੂ ਉਹਨਾਂ ਨੂੰ ਵੀ ਕਈ ਵਾਰੀ ਹੋ ਦਿੰਦਾ। And he uses these things to test us, to build us up, that they're for our good and for his glory. ਔਰ ਫਿਰ ਕਈ ਵਾਰੀ ਪਰਮੇਸ਼ਰ ਹੋਣ ਦਿੰਦਾ ਕਿ ਜਿਹੜਾ ਉਹਦੇ ਜਿਹੜੇ ਲੋਕ ਆ ਉਹਨਾਂ ਦਾ ਇੱਕ ਇਮਤਿਹਾਨ ਹੋਵੇ ਔਰ ਪ੍ਰਭੂ ਆਪਣੀ ਮਹਿਮਾ ਵਾਸਤੇ ਵੀ ਸਾਰਾ ਕੁਝ ਕਈ ਵਾਰੀ ਹੋਣ ਦਿੰਦਾ ਆ। Secondly, ਦੂਸਰੀ ਗੱਲ, we live in a fallen world that's imperfect, and therefore churches and Christians are imperfect. ਔਰ ਦੂਸਰੀ ਗੱਲ ਕਿ ਜਿਸ ਦੁਨੀਆ 'ਚ ਅਸੀਂ ਰਹਿ ਰਹੇ ਹਾਂ ਉਹ ਸੰਪੂਰਨ ਦੁਨੀਆ ਨਹੀਂ ਹੈਗੀ, ਪਾਪ ਉਹਦੇ ਸ਼ਾਮਲ ਹੋਇਆ ਔਰ ਜਿਹੜੇ ਪ੍ਰਭੂ ਦੇ ਲੋਕ ਆ ਉਹ ਵੀ ਸੰਪੂਰਨ ਨਹੀਂ। Thirdly, ਤੀਸਰੀ ਗੱਲ, the church is made up of sinners. ਕਿ ਜਿਹੜੇ ਮੰਡਲੀ ਕਲੀਸਿਆ ਜਿਹੜੇ ਲੋਕ ਆ ਪ੍ਰਭੂ ਦੇ ਉਹ ਜਿਹੜੇ ਗੁਨਾਹਗਾਰ ਪਾਪੀ ਹੈਗੇ ਉਹ ਇਕੱਠੇ ਹੋਏ ਉਹਨਾਂ ਦੁਆਰਾ ਬਣਾਈ ਜਾਂਦੀ The ਹੈ। last time I checked, I discovered that I'm still a sinner. ਔਰ ਪਿਛਲੀ ਵਾਰੀ ਮੈਂ ਦੇਖਿਆ ਨਿਗਾਹ ਮਾਰੀ ਆਪਣਾ ਕਿ ਮੈਂ ਹਾਲੇ ਵੀ ਪਾਪੀ ਹਾਂ। And therefore we battle with pride and selfishness and our priorities and many other sins. ਔਰ ਕਿਉਂਕਿ ਜਿਹੜਾ ਸਾਡੇ ਵਿੱਚ ਘਮੰਡ ਆ ਜਿਹੜਾ ਪਾਪ ਹੈ ਬੁਰਾਈ ਆ ਉਹਦੇ ਨਾਲ ਅਸੀਂ ਲੜਾਈ ਕਰਦੇ ਹਾਂ ਔਰ ਹਾਲੇ ਵੀ ਬਹੁਤ ਕੁਝ ਸਾਡੇ ਵਿੱਚ ਪਾਪ ਬਚਿਆ ਹੋਇਆ। But there's one more reason. ਔਰ ਇੱਕ ਹੋਰ ਕਾਰਨ ਹੈਗਾ ਆ And this is what I want to focus on. ਔਰ ਇਹਦੇ ਉੱਤੇ ਧਿਆਨ ਦੇਣਾ ਆ। Fourthly then, ਚੌਥੀ ਗੱਲ there is the devil. ਕਿ ਜਿਹੜਾ ਸ਼ੈਤਾਨ ਆ ਉਹ ਵੀ ਹੈਗਾ ਆ। The devil is hell bent on destroying the church of Jesus Christ. ਕਿ ਜਿਹੜਾ ਸ਼ੈਤਾਨ ਆ ਉਹ ਲੱਗਾ ਹੋਇਆ ਕਿ ਜੋ ਪ੍ਰਭੂ ਯਿਸੂ ਮਸੀਹ ਦੀ ਜਿਹੜੀ ਮੰਡੀ ਆ ਕਲੀਸਿਆ ਲੋਕ ਆ ਉਹਨਾਂ ਨੂੰ ਤੰਗ ਕਰਨਾ ਆ। He will promote false teaching. ਔਰ ਉਹ ਜਿਹੜੀ ਝੂਠੀ ਸਿੱਖਿਆ ਉਹ ਲੈ ਕੇ ਆਉਂਦਾ ਆ। He doesn't like us following Christ. ਔਰ ਉਹ ਨਹੀਂ ਚਾਹੁੰਦਾ ਕਿ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਕੋਈ ਚੱਲੇ। He will use any means to oppose the church and to bring it down. ਔਰ ਉਹ ਕੋਈ ਨਾ ਕੋਈ ਜਿਹੜਾ ਕੋਈ ਰਸਤਾ ਬਹਾਨਾ ਕੋਈ ਵੀ ਰਾਹ ਲੱਭ ਕੇ ਉਹ ਚਾਹੁੰਦਾ ਕਿ ਜਿਹੜੀ ਮੰਡਲੀ ਆਪਣੇ ਜਿਹੜੇ ਲੋਕ ਆ ਉਹਨਾਂ ਥੱਲੇ ਲਿਆਂਦਾ ਜਾਵੇ। And this is what I want to draw your attention to over the next few weeks. ਔਰ ਜੋ ਆਉਣ ਵਾਲੇ ਹਫਤੇ ਕੁਛ ਹੈਗੇ ਆ ਉਹਨਾਂ ਦੇ ਉੱਤੇ ਇਸ ਗੱਲ ਤੇ ਜ਼ਿਆਦਾ ਧਿਆਨ ਦੇਣਾ ਹੈ। As we look at Revelation chapter 12 and 13. ਔਰ ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ 12 ਤੇ 13 ਦੇ ਆਏ ਦੇਖਦੇ ਹਾਂ। I did think about preaching through the book of Revelation, the Oh, entire book, ਔਰ ਜੋ ਪ੍ਰਕਾਸ਼ ਦੀ ਪੋਥੀ ਉਹ ਸਾਰੀ ਉੱਤੇ ਧਿਆਨ ਦਿੱਤਾ ਗਿਆ ਆ। but I will leave that for another occasion. ਔਰ ਜਿਹੜਾ ਹੋਰ ਕਿਸੇ ਸਮੇਂ ਸਾਰਾ ਕੁਝ ਦੇਖਿਆ ਜਾਊਗਾ। But I know in this pandemic climate, many things are being quoted from the book of Revelation, which are not always helpful. ਔਰ ਖਾਸ ਕਰ ਇਹਨਾਂ ਦਿਨਾਂ ਦੇ ਵਿੱਚ ਜੋ ਪ੍ਰਕਾਸ਼ ਦੀ ਪੋਥੀ ਦੇ ਵਿੱਚੋਂ ਲੈ ਕੇ ਉਹ ਦੁਨੀਆ ਦੇ ਵਿੱਚ ਆਇਆ ਗੱਲਾਂ ਕੀਤੀਆਂ ਗਈਆਂ ਉਹ ਜਿਹੜੀਆਂ ਸੱਚੀਆਂ ਨਹੀਂ ਹੈਗੀਆਂ ਸਹੀ ਨਹੀਂ ਹੈਗੀਆਂ ਉਹ ਕੁਛ ਆਇਆ। This week I was at a funeral.
ਇਸ ਹਫਤੇ ਮੈਂ ਫਿਊਨਰਲ ਤੇ ਸੀ and somebody offered me their hand ਔਰ ਕਿਸੇ ਨੇ ਮੈਨੂੰ ਜਿਹੜਾ ਹੱਥ ਕਿਹਾ ਕਿ ਚਲੋ ਹੈਂਡ to shake their hand, ਕਿ ਸ਼ੇਕ ਹੈਂਡ ਕਰ ਲੈਣੇ and ਆ I offered them my elbow ਔਰ ਮੈਂ because ਜਿਹੜੀ of the ਆਪਣੀ coronavirus and the desire to practice social distancing. ਔਰ ਮੈਂ ਜਿਹੜੀ ਹੱਥ ਮਿਲਾਉਣ ਦੀ ਬਜਾਏ ਆਪਣੀ ਜਿਹੜੀ ਕੂਹਣੀ ਉਹਦੇ ਨਾਲ ਇਦਾਂ ਕੀਤੀ ਤਾਂ ਕਿ ਜੋ ਅਸੀਂ ਇੱਕ ਦੂਸਰੇ ਨੂੰ ਸੇਫ ਰੱਖੀਏ ਜੋ ਕੁਝ ਵਾਇਰਸ ਹੈਗੀ ਇਹਨਾਂ ਦਿਨਾਂ ਦੇ ਵਿੱਚ And this person, he kind of jokingly said, I'm a Christian, I'm covered with the blood of Christ. ਔਰ ਇਹ ਜਿਹੜਾ ਮਨੁੱਖ ਸੀਗਾ ਉਹ ਮਖੌਲ ਕਰਨ ਲੱਗ ਪਿਆ ਕਿ ਮੈਂ ਤੇ ਮਸੀਹ ਦੇ ਖੂਨ ਨਾਲ ਟਕਿਆ ਹੋਇਆ ਮੈਂ ਕ੍ਰਿਸਚਨ ਆ ਮੈਨੂੰ ਕੁਝ ਨਹੀਂ ਹੁੰਦਾ The implication was that if you're a Christian, you are immune to the coronavirus. ਔਰ ਮਤਲਬ ਉਹ ਕੀ ਕਹਿਣਾ ਚਾਹੁੰਦਾ ਸੀਗਾ ਕਿ ਜੇ ਤੁਸੀਂ ਕ੍ਰਿਸਚਨ ਆ ਤੇ ਤੁਹਾਡੇ ਉੱਤੇ ਜਿਹੜਾ ਇਸ ਵਾਇਰਸ ਦਾ ਹਮਲਾ ਦਾ ਕੋਈ ਕੁਝ ਜ਼ੋਰ ਨਹੀਂ ਚੱਲੂਗਾ And he said, you know, the coronavirus is predicted in the Bible, you should preach on it. ਔਰ ਉਹ ਕਹਿੰਦਾ ਕਿ ਇਹ ਜਿਹੜਾ ਕਰੋਨਾ ਵਾਇਰਸ ਆ ਇਹ ਬਾਈਬਲ ਦੇ ਵਿੱਚ ਇਹਦੇ ਬਾਰੇ ਗੱਲ ਕੀਤੀ ਗਈ ਆ ਇਹਦੇ ਤੈਨੂੰ ਪ੍ਰਚਾਰ ਕਰਨਾ ਚਾਹੀਦਾ Now, I know this guy, ਮੈਂ ਉਹਨੂੰ ਵੀ ਜਾਣਦਾ ਵੀ he's ਹੈਗਾ an ਆ ਉਹ alcoholic, his marriage is a mess. ਔਰ ਜੋ ਉਹ ਸ਼ਰਾਬ ਪਾਣੀ ਦੇ ਵਿੱਚ ਲੱਗਾ ਹੋਇਆ ਉਹਦਾ ਜਿਹੜਾ ਸ਼ਾਦੀ ਦਾ ਜੀਵਨ ਹੈ ਉਹ ਵੀ ਟੁੱਟਾ ਫੁੱਟਾ ਹੋਇਆ He's from a nominal Christian background and there's nothing of Christ in him, sadly. ਔਰ ਦੁੱਖ ਦੀ ਗੱਲ ਆ ਕਿ ਉਹ ਨਾਂ ਦੇ ਮਸੀਹੀ ਘਰਾਣੇ ਦੇ ਵਿੱਚ ਆਇਆ ਤੇ ਕੁਛ ਉੱਥੇ ਕੋਈ ਦੇਖਣ ਵਾਲੀ ਗੱਲ ਹੈ ਨਹੀਂ ਕਿ ਹਾਂ ਕਿ ਇਹ ਸੱਚਾ ਮਸੀਹੀ ਹੋਵੇ But whenever there is some type of crisis, people jump on the bandwagon and they start saying, quoting the Bible and start making certain claims. ਔਰ ਕਈ ਵਾਰੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਜਾਂ ਦੁਨੀਆ ਜਿਹੜੀ ਜੋ ਕੁਛ ਇਸ ਵੇਲੇ ਹੈਗਾ ਆ ਤੇ ਲੋਕ ਕਈ ਜਿਹੜੇ ਹੁੰਦੇ ਉਹ ਆਪਣੇ ਖਿਆਲਾਂ ਦੇ ਨਾਲ ਆਪਣੀਆਂ ਸੋਚਾਂ ਦੇ ਮੁਤਾਬਕ ਉਹ ਗੱਲਾਂ ਬਣਾ ਕੇ ਦੱਸਣ ਲੱਗ ਪੈਂਦੇ Even though they don't understand the Bible or cannot give you chapter or verse. ਔਰ ਭਾਵੇਂ ਉਹ ਦੇਖਦੇ ਵੀ ਨਹੀਂ ਕਿ ਹਾਂ ਕਿ ਕੀ ਬਾਈਬਲ ਦੇ ਵਿੱਚ ਇਹ ਕੁਝ ਹੈਗਾ ਆ ਜੋ ਗੱਲਾਂ ਕਰਦੇ ਆ And this is what a lot of people have been doing without really understanding the Bible. ਔਰ ਜਿਹੜੇ ਬਹੁਤ ਸਾਰੇ ਲੋਕ ਆ ਉਹ ਇਹੀ ਕੁਛ ਹੀ ਇਹਨਾਂ ਦਿਨਾਂ ਦੇ ਵਿੱਚ ਕਰਦੇ ਆਉਂਦੇ ਆ ਉਹ ਗੱਲਾਂ ਕਰਦੇ ਆ ਜਿਹੜੇ ਉਹ ਸਮਝਦੇ ਵੀ ਨਹੀਂ ਪ੍ਰਭੂ ਦੇ ਵਚਨਾਂ ਦੇ ਮੁਤਾਬਕ They start quoting the Bible in the light of the coronavirus ਔਰ and start making all sorts of claims. ਔਰ ਉਹ ਫਿਰ ਬਾਈਬਲ ਨੂੰ ਲੈ ਕੇ ਜਿਸ ਤਰ੍ਹਾਂ ਵੀ ਉਹ ਲੱਭ ਸਕਦੇ ਆ ਜਿਸ ਤਰ੍ਹਾਂ ਵੀ ਉਹ ਚਾਹੁੰਦੇ ਆ ਉਹ ਫਿਰ ਕਰੋਨਾ ਵਾਇਰਸ ਦੀਆਂ ਗੱਲਾਂ ਵਿੱਚ ਲੈ ਕੇ ਬਾਈਬਲ ਨੂੰ ਸ਼ਾਮਲ ਕਰ ਲੈਂਦੇ And of course, one of the big issues and the verse that people or verses that people have been quoting ਔਰ ਇੱਕ ਜਿਹੜੀ ਖਾਸ ਕਰਕੇ ਆਇਤ ਜੋ ਇਹਨਾਂ ਦਿਨਾਂ ਵਿੱਚ ਪ੍ਰਭੂ ਦੇ ਵਚਨਾਂ ਦੀ ਉਹ ਲੈ ਕੇ ਦੱਸ ਰਹੇ ਆ is taken from this chapter 13 of Revelation and verse 16. ਔਰ ਜਿਹੜਾ ਕਿ 13 ਪ੍ਰਕਾਸ਼ ਦੀ ਪੋਥੀ 16 ਅਧਿਆਏ ਵਿੱਚ ਲਿਖਿਆ ਹੋਇਆ Where it talks about the mark of the beast on their right hand and on their foreheads. ਕਿ ਉੱਥੇ ਜਿਹੜਾ ਦਾਗ ਮੱਥੇ ਦੇ ਉੱਤੇ ਨਿਸ਼ਾਨ ਉਹਦੇ ਬਾਰੇ ਗੱਲ ਕੀਤੀ ਹੋਈ ਆ And then it talks about the number of the beast, 666, chapter 13 and verse 18. ਔਰ ਜਿਹੜਾ ਕਿ 13 18 ਦੇ ਵਿੱਚ ਕਿ ਜਿਹੜਾ ਉਸ ਦਰਿੰਦੇ ਦਾ ਨਿਸ਼ਾਨ ਜਿਹੜਾ 666 ਤਿੰਨ ਛਿਕੇ And these are being quoted a lot these days. ਔਰ ਇਹਨਾਂ ਦਿਨਾਂ ਦੇ ਵਿੱਚ ਇਹਦਾ ਬੜਾ ਜ਼ਿਕਰ ਕੀਤਾ ਗਿਆ So we will look at these as we work through the passage, ਔਰ ਜਿਹੜੇ ਇਹ ਲਿਖਤਾਂ ਆ ਇਹਨਾਂ ਦੇ ਵਿੱਚ ਅਸੀਂ ਲੰਘਾਂਗੇ ਧਿਆਨ ਦੇਵਾਂਗੇ ਤੇ work through chapter 12 and 13, ਔਰ ਜਿਹੜਾ 12 ਤੇ 13 ਦੇ ਆਇਤ ਜੋ ਧਿਆਨ ਦੇਣਾ ਆ and we'll see what they are not, and then we'll consider what they are, or what they possibly are. ਔਰ ਫਿਰ ਤੇ ਧਿਆਨ ਦੇਖਣਾ ਆ ਕਿ ਇਹਨੂੰ ਖੋਲ ਕੇ ਕੋਸ਼ਿਸ਼ ਕਰਨੀ ਆ ਕਿ ਉਹ ਕੀ ਹੈਗਾ ਤੇ ਕੀ ਨਹੀਂ ਹੈਗਾ But we won't just quote them, we'll look at them in their context as we look at the passage as a whole. ਔਰ ਜਦੋਂ ਅਸੀਂ ਫਿਰ ਇਹ 12 ਤੇ 13 ਦੇ ਆਇਤ ਦੇਖਦੇ ਆ ਅਸੀਂ ਦੇਖਾਂਗੇ ਕਿ ਉੱਥੇ ਉਹਨਾਂ ਦਾ ਮਤਲਬ ਕੀ ਆ So this morning I just want to concentrate on Revelation chapter 12 verse 1 to 6. ਔਰ ਜਿਹੜਾ ਅੱਜ ਜਿਹੜਾ ਧਿਆਨ ਦੇਣਾ ਆ ਉਹ ਪ੍ਰਕਾਸ਼ ਦੀ ਪੋਥੀ 12 ਦੇ ਆਏ 1 ਤੋਂ 6 ਆਇਤ ਦੇ ਵਿੱਚ So firstly then, ਪਹਿਲੀ ਗੱਲ what is going on here in Revelation chapter 12 verse 1 to 6? ਕਿ ਇੱਥੇ ਜਿਹੜਾ ਪ੍ਰਕਾਸ਼ ਦੀ ਪੋਥੀ 12 ਦੇ ਆਏ ਆ 1 ਤੋਂ 6 ਦੇ ਵਿੱਚ ਇਹ ਤੇ ਕੀ ਕੁਝ ਹੋ ਰਿਹਾ ਆ Now, if you study Revelation, ਜੇ ਤੁਸੀਂ ਪ੍ਰਕਾਸ਼ ਦੀ ਪੋਥੀ ਨੂੰ ਸਟੱਡੀ ਕਰਦੇ ਆ you will see that Revelation 12 and 13 is right in the center of the book of Revelation.
ਔਰ ਤੁਸੀਂ ਦੇਖੋਗੇ ਕਿ ਜਿਹੜਾ 12 ਤੇ 13 ਤੇ ਆਏ ਆ ਪ੍ਰਕਾਸ਼ ਦੀ ਪੋਥੀ ਦੀ ਜਿਹੜੀ ਹੈਗੀ ਕਿਤਾਬ ਉਹਦੇ ਵਿੱਚ ਇੱਕ ਦਰਮਿਆਨ ਉਹਦੀ ਜਗ੍ਹਾ ਆ Chapters 1 to 11 describe the conflict between the church and the world, between Christ, between Christians and society. ਔਰ ਜਿਹੜਾ 1 ਤੋਂ 11 ਜਿਹੜਾ ਹੈਗਾ ਆ ਕਿ ਉਹ ਅਸੀਂ ਦੇਖਦੇ ਜਿਹੜੀ ਲੜਾਈ ਲੱਗੀ ਹੈਗੀ ਆ ਜਿਹੜੀ ਪ੍ਰਭੂ ਦੇ ਲੋਕਾਂ ਦੀ ਤੇ ਦੁਨੀਆ ਦੇ ਵਿੱਚ ਆ So Christians are expected to face persecution from the world. ਔਰ ਫਿਰ ਇਹ ਹੈਗਾ ਆ ਕਿ ਇਹ ਹੋਣਾ ਆ ਕਿ ਜਿਹੜੇ ਪ੍ਰਭੂ ਦੇ ਲੋਕ ਆ ਮਸੀਹੀ ਲੋਕ ਆ ਉਹ ਦੁਨੀਆ ਤੋਂ ਵਿੱਚੋਂ ਦੁੱਖ ਉਠਾਉਣਗੇ This may lead to people assassinating your character. They could abuse you. There could be a loss of job or persecution or imprisonment, or in some cases people might even be put to death. ਕਿ ਇਹ ਸਾਰਾ ਕੁਝ ਜੋ ਦੁਨੀਆ ਦੇ ਵਿੱਚ ਅਸੀਂ ਅੱਜ ਦੇਖਦੇ ਆ ਇਹ ਮਸੀਹੀ ਲੋਕਾਂ ਦੇ ਵਾਸਤੇ ਇਹ ਹੈਗਾ ਕਿ ਇਸ ਤਰ੍ਹਾਂ ਹੋਊਗਾ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਜਾਊਗੀ ਜੇਲ੍ਹਾਂ ਦੇ ਵਿੱਚ ਪਾਇਆ ਜਾਊਗਾ ਔਰ ਕਈ ਵਾਰ ਉਹਨਾਂ ਦੇ ਕੰਮਾਂ ਕਾਰਾਂ 'ਤੇ ਵੀ ਉਹਦਾ ਅਸਰ ਹੋਊਗਾ So there's this struggle between the church and the world. ਸੋ ਜਿਹੜੀ ਦੁਨੀਆ ਆ ਔਰ ਜਿਹੜੀ ਮੰਡਲੀ ਆ ਜਿਹੜੇ ਪ੍ਰਭੂ ਦੇ ਲੋਕ ਆ ਉਹਨਾਂ ਦੇ ਵਿੱਚ ਜਿਹੜੀ ਆ ਇਹ ਤਾਲਮੇਲ ਨਹੀਂ ਹੈਗਾ However, the second part of Revelation, ਪਰ ਜਿਹੜਾ ਦੂਸਰਾ ਹਿੱਸਾ ਆ ਪ੍ਰਕਾਸ਼ ਦੀ ਪੋਥੀ ਦਾ from verse chapter 12 onwards, 12 ਤੋਂ ਜਿਹੜਾ ਅੱਗੇ ਦਾ ਹਿੱਸਾ ਆ demonstrates that this church and world struggle on earth ਕਿ ਇਹ ਜਿਹੜੀ ਦੁਨੀਆ ਦੀ ਜਿਹੜੀ ਮੁਸ਼ਕਲ ਆ ਔਰ ਜਿਹੜੀ ਮੰਡਲੀ ਮਸੀਹੀ ਲੋਕ ਆ ਉਹਨਾਂ ਦੇ ਵਿੱਚ ਦੁਨੀਆ ਦੇ ਉੱਤੇ is there because there is this cosmic battle, this spiritual battle behind the scenes between Christ and Satan. ਔਰ ਜਿਹੜਾ ਪਿੱਛੇ ਜੇ ਦੇਖਣਾ ਆ ਕਿ ਕੀ ਕੁਝ ਹੋ ਰਿਹਾ ਆ ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ ਉਹ ਹੈਗਾ ਅਸਲ ਦੇ ਵਿੱਚ ਕਿ ਜਿਹੜੀ ਮਸੀਹੀ ਲੋਕਾਂ ਦੇ ਨਾਲ ਜਾਂ ਮਸੀਹ ਦੇ ਨਾਲ ਜੋ ਸ਼ੈਤਾਨ ਦੀ ਲੜਾਈ ਲੱਗੀ ਹੋਈ ਹੈ And in chapter 12, ਔਰ ਜਿਹੜਾ 12 ਦੇ ਆਏ ਆ we see here Satan's opposition to Christ and the church. ਕਿ ਇੱਥੇ ਦੇਖਦੇ ਆ ਕਿ ਕਿਸ ਤਰ੍ਹਾਂ ਜਿਹੜਾ ਸ਼ੈਤਾਨ ਆ ਉਹ ਮਸੀਹ ਦਾ ਔਰ ਮਸੀਹ ਦੇ ਲੋਕਾਂ ਦਾ ਵਿਰੋਧੀ ਆ And in chapter 13, ਔਰ ਜਿਹੜਾ 13 ਦੇ ਆਏ ਆ it focuses on two beasts ਔਰ ਇੱਥੇ ਜਿਹੜੇ ਦੋ ਦਰਿੰਦੇ ਆ ਉਹਨਾਂ ਦੀ ਗੱਲ ਹੋ ਰਹੀ ਆ that Satan uses against God's people. ਕਿ ਉਹ ਜਦੋਂ ਸ਼ੈਤਾਨ ਉਹ ਦੋ ਦਰਿੰਦਿਆਂ ਨੂੰ ਪਰਮੇਸ਼ਰ ਦੇ ਲੋਕਾਂ ਦੇ ਖਿਲਾਫ ਇਸਤੇਮਾਲ The ਕਰਦਾ ਹੈ beast of the sea and the beast of the land. And we'll see what that symbolizes. ਔਰ ਫਿਰ ਅਸੀਂ ਦੇਖਾਂਗੇ ਕਿ ਜੋ ਇਹ ਧਰਤੀ ਦਾ ਦਰਿੰਦਾ ਔਰ ਜਿਹੜਾ ਸਮੁੰਦਰ ਦਾ ਦਰਿੰਦਾ ਉਹ ਕੀ ਹੈਗੇ ਆ So as we look at this, please have your Bibles open. ਔਰ ਤੁਸੀਂ ਮਿਹਰਬਾਨੀ ਕਰਕੇ ਹੁਣ ਆਪਣੀ ਬਾਈਬਲ ਨੂੰ ਖੋਲ ਕੇ ਰੱਖਣਾ If you don't have a Bible in front of you, may I suggest that you go and get one at this point? ਔਰ ਜੇ ਤੁਹਾਡੇ ਕੋਲ ਨਹੀਂ ਹੈਗੀ ਬਾਈਬਲ ਇਸ ਵੇਲੇ ਤੁਸੀਂ ਮਿਹਰਬਾਨੀ ਕਰਕੇ ਆਪਣੇ ਕੋਲ ਲਿਆਓ ਰੱਖੋ Because I'm not giving many illustrations. We're looking really at the text today. There's not much application. ਔਰ ਜਿਹੜਾ ਅੱਜ ਆ ਉਹ ਕੋਈ ਬਹੁਤ ਐਗਜ਼ਾਮਪਲਾਂ ਨਹੀਂ ਜ਼ਿਆਦਾ ਦੇਣੇ ਬਾਹਰੋਂ ਪਰ ਜਿਹੜਾ ਜ਼ਿਆਦਾ ਧਿਆਨ ਆ ਅੱਜ ਹੋਣਾ ਆ ਉਹ ਹੈਗਾ ਕਿ ਜੋ ਪ੍ਰਭੂ ਦੇ ਜਿਹੜੇ ਵਚਨ ਆ ਉਹਨਾਂ ਤੇ ਐਤ ਤੇ ਦੇਖਣਾ ਹੈ And it's important that you have the text in front of you. ਔਰ ਅੱਛੀ ਗੱਲ ਹੈ ਕਿ ਜਿਹੜੀਆਂ ਲਿਖਤਾਂ ਆ ਉਹ ਤੁਹਾਡੇ ਸਾਹਮਣੇ ਹੋਣ And have it open at Revelation chapter 12, verse 1 to 6. ਔਰ ਜਿਹੜਾ ਖਾਸ ਕਰਕੇ ਜਿਹੜਾ ਪ੍ਰਕਾਸ਼ ਦੀ ਪੋਥੀ 12 ਦੇ ਆਏ 1 ਤੋਂ 6 ਉੱਤੇ ਖੋਲ ਕੇ ਰੱਖਣਾ Now notice, as this was read, there are three characters involved in chapter 12, verse 1 to 6. ਔਰ ਜਦੋਂ ਇਹ ਪ੍ਰਭੂ ਦਾ ਜਿਹੜਾ ਵਚਨ ਪੜ੍ਹਿਆ ਗਿਆ ਇੱਥੇ ਤਿੰਨ ਜਿਹੜੇ ਹੈਗੇ ਆ ਉਹ ਇਸ ਇਹਨਾਂ ਐਤਾਂ ਦੇ ਵਿੱਚ 1 ਤੋਂ 6 ਦੇ ਵਿੱਚ ਅਸੀਂ ਤਿੰਨ ਜਿਹੜੇ ਜ਼ਿਕਰ ਆਉਂਦੇ ਆ In verse 1, there's a woman. ਔਰ ਜਿਹੜੇ ਪਹਿਲਾ ਹੈਗਾ ਕਿ ਇੱਕ ਇਸਤਰੀ In verse 2, there's a child. ਔਰ ਜਿਹੜਾ ਦੂਸਰਾ ਇੱਕ ਬੱਚੇ ਦਾ ਜ਼ਿਕਰ ਆਉਂਦਾ ਆ And in verse 3, there is a dragon. ਔਰ ਜਿਹੜਾ ਤੀਸਰੀ ਗੱਲ ਆ ਉਹ ਹੈਗਾ ਜਿਹੜਾ ਅਜਗਰ ਉਹਦੀ ਗੱਲ ਹੁੰਦੀ ਆ Now, let me explain to you or describe to you what is going on here. ਔਰ ਇੱਥੇ ਜੇ ਦੇਖੀਏ ਇਹਨੂੰ ਖੋਲੀਏ ਤੇ ਧਿਆਨ ਦਈਏ ਇਹਨੂੰ ਕੀ ਹੈਗਾ ਹੋ ਰਿਹਾ Chapter 12, verse 1 says, Now a great sign appeared in heaven. ਔਰ ਇੱਥੇ ਜਿਹੜਾ ਪਹਿਲਾ ਹੈਗਾ ਕਿ ਇੱਕ ਵੱਡਾ ਨਿਸ਼ਾਨ ਸਵਰਗ ਦੇ ਵਿੱਚ ਦਿਸਿਆ A woman clothed with the sun, with the moon under her feet, and on her head a garland of 12 stars. ਕਿ ਇੱਕ ਇਸਤਰੀ ਜਿਹੜੀ ਸੂਰਜ ਪਹਿਨੀ ਹੋਈ ਸੀ ਅਤੇ ਚੰਦਰਮਾ ਉਹਦੇ ਪੈਰਾਂ ਹੇਠ ਤੇ 12 ਤਾਰਾਂ ਦਾ ਮੁੱਢ ਉਹਦੇ ਸਿਰ ਉੱਤੇ ਸੀ So there's a woman here. ਔਰ ਇੱਥੇ ਜਿਹੜੀ ਇੱਕ ਇਸਤਰੀ ਦੇਖਦੇ ਆ The sun is like her clothes. ਕਿ ਜਿਹੜੇ ਹੈਗਾ ਸੂਰਜ ਉਹਨੂੰ ਢਕਿਆ ਹੋਇਆ Under her feet is the moon. ਕਿ ਜਿਹੜਾ ਉਹਦੇ ਪੈਰਾਂ ਦੇ ਹੇਠ ਆ ਉਹ
ਉਹ ਚੰਦਰਮਾ On her head is a garland full of 12 stars. ਔਰ ਉਹਦੇ ਜਿਹੜਾ ਮੁਕਟ ਆ ਬਣਿਆ ਹੋਇਆ ਉਹ 12 ਤਾਰਿਆਂ ਦਾ ਬਣਿਆ ਹੋਇਆ। Verse 2 tells us ਦੂਸਰੀ ਆਇਤ ਦੇ ਵਿੱਚ that this woman is about to go into labor and give birth to a child. ਔਰ ਦੂਸਰੀ ਗੱਲ ਕਿ ਉਹ ਜਿਹੜੀ ਔਰਤ ਆ ਉਹ ਬੱਚੇ ਨੂੰ ਜਨਮ ਦੇਣ ਵਾਲੀ ਉਹ ਗਰਭਵਤੀ ਆ। Have this picture in your mind. ਔਰ ਇਹ ਤੁਸੀਂ ਆਪਣੀ ਤਸਵੀਰ ਮਨ 'ਚ ਬਣਾ ਕੇ ਰੱਖਣੀ Then ਹੈ। in verse 3, ਤੀਸਰੀ ਆਇਤ ਦੇ ਵਿੱਚ we are introduced to a powerful dragon. ਔਰ ਇੱਥੇ ਜਿਹੜਾ ਇੱਕ ਬਹੁਤ ਜਿਹੜਾ ਇੱਕ ਜ਼ਬਰਦਸਤ ਜਿਹੜਾ ਹੈਗਾ ਆ ਉਹ ਅਜਗਰ ਹੈਗਾ ਆ ਉਹ ਆਉਂਦਾ ਆ Which is a fiery red dragon. ਕਿ ਉਹ ਜਿਹੜਾ ਇੱਕ ਵੱਡਾ ਭਾਰਾ ਲਾਲ ਅਜਗਰ ਆ। And it has 7 heads. ਉਹਦੇ 7 ਸਿਰ ਆ, It has 10 horns. ਉਹਦੇ 10 ਸਿੰਗ ਆ And it has 7 crowns on its ਉਹਦੇ- heads. ਔਰ ਉਹਦੇ ਸਿਰ ਉੱਤੇ 7 ਜਿਹੜੇ ਮੁਕਟ ਆ। And this dragon is huge. It's mammoth. ਔਰ ਇਹ ਜਿਹੜਾ ਇਹ ਅਜਗਰ ਆ ਇਹ ਬਹੁਤ ਵੱਡਾ ਆ So that it lashes its tail across the sky. ਕਿ ਇਹ ਉਹਦੀ ਜਿਹੜੀ ਪੂਛ ਆ ਉਹ ਕਹਿੰਦਾ ਕਿ ਉਹ ਇੱਧਰ ਉੱਧਰ ਮਾਰਦਾ ਆ ਆਕਾਸ਼ ਦੇ ਵਿੱਚ। And verse 4 tells us ਔਰ ਚੌਥੀ ਆਇਤ ਵਿੱਚ ਦੇਖਦੇ ਹਾਂ that it drew a third of the stars of heaven and threw them to the earth. ਔਰ ਕਹਿੰਦਾ ਕਿ ਇੱਕ ਤਿਹਾਈ ਜਿਹੜਾ ਆ ਉਹਨੇ ਜੋ ਤਾਰੇ ਆ ਜੋ ਆਕਾਸ਼ ਆ ਉਹਨੇ ਥੱਲੇ ਲਿਆਂਦਾ ਆ। This is how powerful the dragon is. ਔਰ ਇਹ ਜਿਹੜਾ ਅਜਗਰ ਆ ਇੰਨਾ ਇਹ ਤਾਕਤਵਰ ਆ। Now, what is this dragon doing? ਔਰ ਇਹ ਜਿਹੜਾ ਅਜਗਰ ਆ ਕੀ ਕਰ ਰਿਹਾ? Verse 4 tells us, ਚੌਥੀ ਆਇਤ ਦੇ ਵਿੱਚ and it gives us this disgusting, this sickening and repulsive scene. ਔਰ ਇਹ ਜਿਹੜਾ ਇੱਥੇ ਦ੍ਰਿਸ਼ ਸਾਨੂੰ ਦੇਖਣ ਨੂੰ ਮਿਲਦਾ ਆ ਇੱਕ ਬਹੁਤ ਘਿਨਾਉਣਾ ਜਾਂ ਜਿਹੜਾ ਇੱਕ ਦੇਖਣ ਨੂੰ ਅੱਛਾ ਨਹੀਂ ਹੈਗਾ। In verse 4 it tells us that the dragon stood before the woman who was ready to give birth to devour her child as soon as it was born. ਚੌਥੀ ਆਇਤ ਦੇਖਦੇ ਹਾਂ ਕਿ ਇਹ ਜਿਹੜਾ ਹੈਗਾ ਅਜਗਰ ਇਹ ਇਸਤਰੀ ਦੇ ਅੱਗੇ ਜੋ ਜਣ ਲੱਗੀ ਆ ਉਹਦੇ ਸਾਹਮਣੇ ਖਲੋਤਾ ਵੇਲੇ ਉਹ ਜਣੇ ਤਾਂ ਕਿ ਉਹਨੂੰ ਬਾਲਕ ਨੂੰ ਪਛ ਲਵੇ। So the woman is going into labor pain. ਔਰ ਇਹ ਜਿਹੜੀ ਇੱਕ ਔਰਤ ਹੈ ਇਹਨੂੰ ਜਨਮ ਜਿਹੜਾ ਹੁੰਦਾ ਦੇਣ ਦੀਆਂ ਪੀੜਾਂ ਲੱਗੀਆਂ ਹੋਈਆਂ। And the dragon is there waiting ਔਰ ਜਿਹੜਾ ਇਹ ਅਜਗਰ ਆ ਉਹ ਇੰਤਜ਼ਾਰ ਵਿੱਚ ਆ for the child to be born. ਕਿ ਜਿਹੜਾ ਬੱਚਾ ਆ ਉਹਦਾ ਜਨਮ ਹੋਵੇ। And it wants to kill and eat the child. ਔਰ ਉਹ ਕੀ ਚਾਹੁੰਦਾ ਆ ਕਿ ਉਹ ਜਿਹੜਾ ਬੱਚਾ ਆ ਉਹਨੂੰ ਉਹ ਖਾ ਲਵੇ ਉਹਨੂੰ ਉਹ ਖਤਮ ਕਰ ਦੇਵੇ। Now isn't this disgusting? ਔਰ ਕਿੰਨਾ ਇਹ ਇੱਕ ਘਿਨਾਉਣੀ ਚੀਜ਼ ਆ। Well, it's meant to be disgusting. ਔਰ ਇਹ ਕਿ ਕਿਉਂਕਿ ਉਹਦੇ ਵਾਸਤੇ ਇਸ ਤਰ੍ਹਾਂ ਹੋਵੇ। So the dragon is there waiting. ਔਰ ਜਿਹੜਾ ਇਹ ਅਜਗਰ ਆ ਇਹ ਉੱਥੇ ਇੰਤਜ਼ਾਰ ਕਰ ਰਿਹਾ। He's in a rage. ਔਰ ਉਹ ਗੁੱਸੇ ਵਿੱਚ ਆ। He's desperate to devour this child and to be rid of this child. ਔਰ ਉਹ ਕਹਿੰਦਾ ਕਿ ਮੈਂ ਇੱਕਦਮ ਜਲਦੀ ਜਿੰਨਾ ਵੀ ਹੈਗਾ ਆ ਮੈਂ ਇਸ ਬੱਚੇ ਨੂੰ ਖਤਮ ਕਰ ਦੇਵਾਂ। This is the picture here. ਔਰ ਇਹ ਜਿਹੜੀ ਇੱਥੇ ਤਸਵੀਰ ਆ। Secondly then, ਔਰ ਦੂਸਰੀ ਗੱਲ what does this mean? ਔਰ ਇਹਦਾ ਮਤਲਬ ਕੀ ਆ? Now, it's absolutely crucial ਔਰ ਇਹ ਬਹੁਤ ਜ਼ਰੂਰੀ ਆ that we remember that this is symbolic language. ਔਰ ਇਹ ਯਾਦ ਰੱਖਣਾ ਕਿ ਇਹ ਇੱਕ ਭਾਸ਼ਾ ਆ ਕਿ ਜਿਹੜੀ ਨਿਸ਼ਾਨ ਜਿੱਦਾਂ ਕਿ ਇੱਕ ਤਸਵੀਰ ਹੈਗੀ ਆ। And we need to understand these symbols properly. ਔਰ ਇਹ ਜਿਹੜੇ ਨਿਸ਼ਾਨ ਆ ਜਾਂ ਜਿਹੜੀ ਤਸਵੀਰ ਆ ਇਹਨੂੰ ਅਸੀਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਕੋਸ਼ਿਸ਼ ਕਰੀਏ ਸਮਝਣ ਦੀ। So let's consider what these 3 characters are speaking of. ਔਰ ਇੱਥੇ ਫਿਰ ਇਹ ਤਿੰਨਾਂ ਉੱਤੇ ਧਿਆਨ ਦੇਣਾ ਕਿ ਇਹ ਜਿਹੜੇ ਤਿੰਨ ਆ ਇਹ ਕਿਹੜੇ ਹੈਗੇ ਆ ਜਿਹੜੇ ਸ਼ਖਸੀਅਤ ਹੈਗੀਆਂ। Take the woman. ਜਦ ਔਰਤ ਨੂੰ ਲਵੋ। Now, who does she symbolize? ਔਰ ਇਹ ਕਿਸ ਚੀਜ਼ ਨੂੰ ਜ਼ਾਹਰ ਕਰਦੀ ਹੈ? Is this a picture of Mary giving birth to Jesus? ਕਿ ਇਹ ਜਿਹੜੀ ਤਸਵੀਰ ਆ ਇਹ ਹੈਗੀ ਆ ਕਿ ਜਦੋਂ ਮਰੀਮ ਪ੍ਰਭੂ ਯਿਸੂ ਮਸੀਹ ਨੂੰ ਜਨਮ ਦੇਣ ਵਾਲੀ ਸੀ ਉਦੋਂ? Well, quite clearly it's not. ਔਰ ਇਹ ਉਹ ਤਸਵੀਰ ਨਹੀਂ ਹੈਗੀ। This is not symbolizing Mary. ਔਰ ਇਹ ਮਰੀਮ ਦੀ ਤਸਵੀਰ ਨਹੀਂ ਹੈਗੀ ਕਿ ਜਦੋਂ ਉਹ Because she's clothed with the sun and there are other features as well. ਕਿਉਂਕਿ ਇੱਥੇ ਜਿਹੜੀ ਆ ਉੱਥੇ ਹੋਰ ਵੀ ਉੱਥੇ ਗੱਲਾਂ ਕੀਤੀਆਂ ਹੋਈਆਂ ਕਿ ਉਹਦਾ ਜਿਹੜਾ
ਸੂਰਜ ਨਾਲ ਔਰ ਜਿਹੜੇ ਤਾਰਿਆਂ ਦੇ ਨਾਲ ਉਹਦਾ ਮੁਕਟ ਬਣਿਆ ਹੋਇਆ। And also in verse 17 later, ਔਰ ਜਿਹੜੀ ਬਾਅਦ 'ਚ ਦੇਖਦੇ ਹਾਂ ਜਦੋਂ 17 ਆਇਤ ਦੇ ਵਿੱਚ it says she has other offspring who keep God's commands and have the testimony of Jesus. ਔਰ ਕਹਿੰਦਾ ਕਿ ਇਹ ਉੱਥੇ ਕੀ ਦੇਖਦੇ ਕਿ ਜਿਹੜਾ ਬਾਅਦ ਉਹਦੇ ਹੋਰ ਵੀ ਵੰਸ਼ ਹੈਗੀ ਆ ਜਿਹੜੇ ਪ੍ਰਭੂ ਦੀ ਜਿਹੜੀ ਗਵਾਹੀ ਨੂੰ ਕਾਇਮ ਰੱਖਦੇ ਆ। So quite clearly the offspring of this woman are all believers. ਔਰ ਕੀ ਆ ਕਿ ਇਹ ਜਿਹੜੀ ਔਰਤ ਆ ਉਹ ਕੀ ਹੈਗੇ ਆ ਉਹਦੇ ਜਿਹੜੇ ਬੱਚੇ ਆ ਉਹ ਹੈਗੇ ਜਿਹੜੇ ਮਸੀਹ ਦੇ ਲੋਕ ਵਿਸ਼ਵਾਸ ਕਰਦੇ ਆ। So it can't be Mary. ਔਰ ਇਹ ਆਪਾਂ ਇਦਾਂ ਇਹ ਨਹੀਂ ਕਹਿ ਸਕਦੇ ਹਾਂ ਕਿ ਇਹ ਮਰੀਮ ਦੀ ਗੱਲ ਹੋ ਰਹੀ ਹੈ। So who does this woman represent? ਔਰ ਫਿਰ ਇਹ ਜਿਹੜੀ ਆ ਇਸਤਰੀ ਇਹ ਕਿਹਨੂੰ ਯਾਦ ਕਰਦੀ ਆ? This woman represents the true people of God. ਔਰ ਇਹ ਜਿਹੜੀ ਇਸਤਰੀ ਆ ਇਹ ਜ਼ਾਹਰ ਕਰਦੀ ਆ ਉਹ ਤਸਵੀਰ ਦਿਖਾਉਂਦੀ ਆ ਕਿ ਜਿਹੜੇ ਸੱਚੀ ਮੁੱਚੀ ਪ੍ਰਭੂ ਦੇ ਮਸੀਹੀ ਲੋਕ ਹੈ ਉਹਨਾਂ ਦੀ। The messianic community. ਕਿ ਉਹ ਜਿਹੜੀ ਇੱਕ ਮਸੀਹੀਅਤ ਜਿਹੜੀ ਮਸੀਹ ਦੇ ਲੋਕਾਂ ਦੀ ਜਿਹੜੀ ਕਮਿਊਨਿਟੀ ਬਣਦੀ ਆ। Both in the Old Testament and the New Testament. ਕਿ ਜਿਹੜੇ ਪੁਰਾਣੇ ਨੇਮ ਦੇ ਵਿੱਚ ਸੱਚੇ ਪਰਮੇਸ਼ਰ ਦੇ ਲੋਕ ਹੋਏ ਆ ਔਰ ਜੋ ਨਵੇਂ ਨੇਮ ਦੇ ਵਿੱਚ ਹੋਏ ਉਹਨਾਂ ਦੀ ਗੱਲ ਹੋ ਰਹੀ It represents the church, if you like. ਔਰ ਇਦਾਂ ਕਹਿ ਲਓ ਤੁਸੀਂ ਕਿ ਜਿਹੜੀ ਮੰਡਲੀ ਕਲੀਸਿਆ ਜਿਹੜੀ ਹੈਗੀ ਆ ਉਹ ਪ੍ਰਭੂ ਦੇ ਲੋਕਾਂ ਦੀ। The true people of God. ਕਿ ਜਿਹੜੇ ਸੱਚੇ ਮਸੀਹੀ ਲੋਕ ਪ੍ਰਭੂ ਦੇ ਹੈਗੇ। Now, if you think about the church today, ਜੇ ਤੁਸੀਂ ਅੱਜ ਗੱਲ ਕਰੋ ਦੇਖੋ ਕਿ ਜਿਹੜੇ ਅੱਜ ਮੰਡਲੀ ਹੈਗੀ ਆ the church seems insignificant. ਕਿ ਅੱਜ ਕੱਲ ਦੇਖਦੇ ਆ ਕਿ ਜਿਹੜਾ ਚਰਚ ਆ ਉਹਦੀ ਕੋਈ ਜ਼ਿਆਦਾ ਵੱਡੀ ਕਾਬਲੀਅਤ ਜਾਂ ਨਹੀਂ ਦੇਖੀ ਜਾਂਦੀ। The church seems powerless. ਔਰ ਕਿ ਜੋ ਇੱਕ ਬਹੁਤ ਜ਼ਿਆਦਾ ਤਾਕਤਵਰ ਨਹੀਂ We ਹੈਗਾ। lack influence in the world. ਕਿ ਇਸ ਵੇਲੇ ਜੋ ਚਰਚਾਂ ਦਾ ਕੋਈ ਅਸਰ ਬਹੁਤ ਜ਼ਿਆਦਾ ਦੁਨੀਆ ਤੇ The ਨਹੀਂ ਹੈਗਾ। church is mocked and ridiculed and persecuted as it was here in the book of Revelation. ਕਿ ਕਿਸ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਪ੍ਰਕਾਸ਼ ਦੀ ਪੋਥੀ ਦੇ ਸਮੇਂ ਦੇ ਵਾਂਗੂ ਕਿ ਜਿਹੜੇ ਮੰਡਲੀਆਂ ਕਲੀਸੀਆਂ ਕਿਸ ਤਰ੍ਹਾਂ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਆ ਉਹਨਾਂ ਨੂੰ ਕੁਝ ਬਹੁਤ ਛੋਟੀ ਚੀਜ਼ The ਸਮਝਿਆ church seems small in number. ਕਿ ਜਦੋਂ ਉੱਥੇ ਕਿ ਗਿਣਤੀ ਵਿੱਚ ਵੀ ਲੋਕ ਜਿਹੜੇ ਬਹੁਤ ਘੱਟ ਆ Its teaching seems to be outdated in this scientific age. ਕਿ ਉਹਨਾਂ ਦੀ ਜਿਹੜੀ ਲਿਖਤਾਂ ਦੀ ਜਿਹੜੀ ਆ ਸਿੱਖਿਆ ਮਿਲਦੀ ਆ ਉਹ ਵੀ ਦੇਖਦੇ ਆ ਕਿ ਇਹ ਤੇ ਬਹੁਤ ਪੁਰਾਣੇ ਟਾਈਮ ਦੀਆਂ ਗੱਲਾਂ ਅੱਜ ਕੱਲ੍ਹ ਦਾ ਸਾਇੰਸ ਦਾ ਸਮਾਂ ਆ The ਗਿਆ। church is often weak and sluggish and downtrodden. ਔਰ ਉਹ ਕਿ ਦੇਖਦੇ ਆ ਕਿ ਅੱਜ ਕੱਲ੍ਹ ਜਿਹੜੀਆਂ ਮੰਡਲੀਆਂ ਕਲੀਸੀਆਂ ਚਰਚ ਹੈਗੇ ਆ ਉਹ ਬਹੁਤ ਨੰਬਰ ਘਟੀ ਜਾਂਦੇ ਆ ਔਰ ਬਹੁਤ ਲੱਗਦਾ ਕਿ ਇੱਥੇ ਹੁਣ ਮਰਨ ਵਾਲੇ ਹੀ ਆ। But God sees his church differently. ਪਰ ਜੋ ਪਰਮੇਸ਼ਰ ਆ ਆਪਣੀ ਮੰਡਲੀ ਕਲੀਸਿਆ ਨੂੰ ਉਹ ਫਰਕ ਨਿਗਾਹ ਦੇ ਨਾਲ ਦੇਖਦਾ ਆ। His church, his people are central to his purposes in the universe. ਕਿ ਜੋ ਪਰਮੇਸ਼ਰ ਦੇ ਜਿਹੜੇ ਲੋਕ ਆ ਜੋ ਪਰਮੇਸ਼ਰ ਦੇ ਜਿਹੜੇ ਮਕਸਦ ਆ ਉਹਦੇ ਆਪਣੇ ਜਿਹੜੇ ਇਰਾਦੇ ਆ ਉਹ ਦੁਨੀਆ ਦੇ ਵਿੱਚ ਉਹ ਫਰਕ ਆ। His church is glorious. ਕਿ ਜਿਹੜੀ ਉਹਦੀ ਕਲੀਸਿਆ ਜਿਹੜੀ ਉਹਦੇ ਲੋਕ ਆ ਉਹ ਮਹਿਮਾ ਵਾਲੇ ਆ। It's clothed with the sun. ਕਿ ਉਹ ਜੋ ਉਹਨਾਂ ਨੂੰ ਪਹਿਰਾਵਾ ਪਹਿਨਾਇਆ ਹੋਇਆ ਸੂਰਜ ਦਾ। Which speaks of the glory of the church in verse 1. ਕਿ ਉਹ ਕਿ ਜਿਹੜਾ ਕਿ ਪਹਿਲਾਂ ਜਿਹੜੇ ਆਪਾਂ ਦੇਖਦੇ ਆ ਕਿ ਜਿਹੜੇ ਜੋ ਮਹਿਮਾ ਦੇ ਨਾਲ ਉਹ ਟਕੇ ਹੋਏ ਆ। Under the woman's feet was the moon. ਕਿ ਜਿਹੜੇ ਉਹਦੇ ਪੈਰਾਂ ਦੇ ਥੱਲੇ ਆ ਕਿ ਜਿਹੜੇ ਤਾਰੇ ਉਸ ਔਰਤ ਦੇ ਦੱਸੇ ਹੋਏ ਆ। Which speaks of the dominion and the rule of the church from God's perspective. ਕਿ ਇਹ ਕਿ ਜੇ ਦੇਖਿਆ ਜਾਵੇ ਕਿ ਜੋ ਪਰਮੇਸ਼ਰ ਦਾ ਜਿਹੜਾ ਕਿਸ ਤਰ੍ਹਾਂ ਰਾਜ ਹੁੰਦਾ ਆ ਜਿਹੜੀ ਉਹਦਾ ਇਖਤਿਆਰ ਆ ਉਹ ਕਿਸ ਤਰ੍ਹਾਂ ਸਾਰਾ ਕੁਝ ਉਹਦੇ ਥੱਲੇ ਆ। The garland of 12 stars upon her head, the woman's head. ਕਿ ਜਿਹੜਾ ਉਹਦੇ 12 ਤਾਰਿਆਂ ਦਾ ਮੁਕਟ ਉਹਦੇ ਸਿਰ ਦੇ ਉੱਤੇ ਰੱਖਿਆ ਹੋਇਆ। Speaks of the victory of the church. ਕਿ ਉਹ ਕਿ ਜਿਹੜੀ ਜਿੱਤ ਆ ਪ੍ਰਭੂ ਦੇ ਲੋਕਾਂ ਦੀ ਮੰਡਲੀ ਦੀ ਉਹਦੀ ਬਾਰੇ ਗੱਲ As ਆ। crowns were placed in those days on people who were victorious. ਕਿ ਉਹ ਕਿ ਜਿਹੜੇ ਪ੍ਰਭੂ ਦੇ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਜਿੱਤ ਆ ਉਹ ਦਿਖਾਈ ਗਈ ਆ। The 12 stars ਜਿਹੜੇ 12 ਤਾਰੇ ਆ speaks of the 12 tribes of Israel. ਕਿ ਇਹ ਜਿਹੜੇ 12 ਗੋਤਰ ਆ ਜਿਹੜੇ ਇਜ਼ਰਾਈਲ ਦੇ ਉਹਨਾਂ ਦੇ ਬਾਰੇ ਗੱਲ ਹੋ ਰਹੀ ਆ। This is taken from Joseph's vision. ਕਿ ਇਹ ਜਿਹੜਾ ਯੂਸਫ ਦਾ ਜਿਹੜਾ ਸੀਗਾ ਉਹਨੂੰ ਦ੍ਰਿਸ਼ ਉਹਨੂੰ ਜਿਹੜਾ ਮਿਲਿਆ ਸੀਗਾ ਉਹ ਦਰਸ਼ਨ ਉਹਦੀ ਗੱਲ ਹੋ ਰਹੀ In ਹੈ। Genesis 37 verse 9.
ਕਿ ਜਿਹੜਾ ਉਤਪਤ 37:9 ਦੇ ਵਿੱਚ ਦੇਖਦੇ where ਹਾਂ he tells his brothers and his parents this dream of how the sun, moon, and 11 stars will bow down before him. ਔਰ ਜਦੋਂ ਯੂਸਫ ਆਪਣੇ ਜਿਹੜੇ ਮਾਪਿਓ ਨੂੰ ਆਪਣੇ ਭਰਾਵਾਂ ਨੂੰ ਦੱਸਦਾ ਕਿ ਕਿਸ ਤਰ੍ਹਾਂ ਜਿਹੜੇ ਉਹ ਇਹ ਸਿਤਾਰੇ ਆ ਇਹ ਕਿਸ ਤਰ੍ਹਾਂ ਉਹਨੂੰ ਸਿਜਦਾ ਕਰਨਗੇ And we know that the 11 stars, 12 including Joseph, would represent the 12 tribes of Israel. ਕਿ ਉਹ ਕਿ ਜਿਹੜੇ 11 ਉਹ ਤੇ ਆਪ ਨੂੰ ਜਦੋਂ ਵਿੱਚ ਗਿਣਦਾ ਹੈ ਉਹ 12 ਫਿਰ ਜਦੋਂ ਟੋਟਲ ਬਣਦਾ ਹੈ The Old Testament community of God. ਕਿ ਜਿਹੜਾ ਪੁਰਾਣੇ ਨੇਮ ਦੇ ਜਿਹੜੇ ਲੋਕ ਆ ਪਰਮੇਸ਼ਰ ਜਿਹੜੀ ਆ ਉਹ ਜਿਹੜੇ ਗਿਣੇ ਗਏ ਆ But also here, the 12 apostles of the New Testament are represented here as well. ਔਰ ਇੱਥੇ ਕਿ ਜਿਹੜੇ ਹੁਣ ਨਵੇਂ ਨੇਮ ਦੇ ਵਿੱਚ ਆਉਂਦੇ ਆ ਜਿਹੜੇ 12 ਰਸੂਲ ਪਰਮੇਸ਼ਰ ਦੇ ਚੁਣੇ ਹੋਏ ਪ੍ਰਭੂ ਦੇ ਉਹ ਵੀ ਵਿੱਚ ਇੱਥੇ ਆਉਂਦੇ ਆ Because the offspring of the woman are followers of Christ, verse 17. ਔਰ ਜਿਹੜੀ 17 ਆਇਤ ਕੀ ਆ ਕਿ ਜਿਹੜੇ ਕੌਣ ਆ ਉਸ ਔਰਤ ਜਿਹੜੇ ਬਾਲਕ ਆ ਉਹ ਕੌਣ ਆ ਕਿ ਜਿਹੜੇ ਪਰਮੇਸ਼ਰ ਦੇ ਲੋਕ ਆ So this woman represents God's people. ਔਰ ਇਹ ਜਿਹੜੀ ਔਰਤ ਆ ਉਹ ਇਸਤਰੀ ਆ ਉਹ ਕੌਣ ਆ ਜੋ ਪਰਮੇਸ਼ਰ ਦੇ ਲੋਕਾਂ ਨੂੰ ਜ਼ਾਹਰ In ਕਰਦੀ the ਹੈ Old Testament and the New Testament. ਪੁਰਾਣੇ ਨੇਮ ਦੇ ਵਿੱਚ ਤੇ ਨਵੇਂ ਨੇਮ ਦੇ ਵਿੱਚ It's the church of God, God's people. ਇਹ ਕਿ ਜਿਹੜੀ ਪਰਮੇਸ਼ਰ ਦੀ ਜਿਹੜੀ ਮੰਡਲੀ ਆ ਜੋ ਪਰਮੇਸ਼ਰ ਦੇ ਲੋਕ ਆ ਉਹਦੀ ਕਲੀਸਿਆ ਆ But who then does the child represent? ਜਿਹੜਾ ਬੱਚਾ ਆ ਉਹ ਫਿਰ ਕਿਹਨੂੰ ਜ਼ਾਹਰ ਕਰਦਾ ਆ That this woman is carrying and is about to give birth to. ਕਿ ਜਿਹੜਾ ਇਹ ਜਿਹੜੀ ਔਰਤ ਆ ਕਿ ਜਿਹੜੀ ਉਹ ਜਨਮ ਦੇਣ ਵਾਲੀ ਆ ਬੱਚੇ ਨੂੰ ਉਹ ਕੌਣ ਆ Well, quite clearly, this represents the Lord Jesus Christ, the Messiah. ਔਰ ਇੱਥੋਂ ਸਾਨੂੰ ਸਾਫ਼-ਸਾਫ਼ ਦਿਸਦਾ ਆ ਕਿ ਇਹ ਜੋ ਪ੍ਰਭੂ ਯਿਸੂ ਮਸੀਹ ਆ ਜੋ ਮਸਾ ਕੀਤਾ ਹੋਇਆ So, what this is symbolizing ਔਰ ਇੱਥੋਂ ਫਿਰ ਕੀ ਸਾਨੂੰ ਨਿਸ਼ਾਨ ਦੇਖਣ ਨੂੰ ਮਿਲਦਾ ਆ is this: ਇਹ ਆ that Jesus Christ, the Messiah, ਕਿ ਜੋ ਪ੍ਰਭੂ ਯਿਸੂ ਮਸੀਹ ਜਿਹੜਾ ਮਸੀਹਾ ਹੈਗਾ ਆ came out of the community of God's people, ਕਿ ਉਹ ਜੋ ਪਰਮੇਸ਼ਰ ਦੇ ਜਿਹੜੇ ਲੋਕ ਆ ਉਹਨਾਂ ਦੇ ਵਿੱਚੋਂ ਆਇਆ out of Old Testament Israel, ਕਿ ਜਿਹੜਾ ਪੁਰਾਣਾ ਨੇਮ ਦੇ ਵਿੱਚ ਅਸੀਂ ਇਜ਼ਰਾਈਲ ਨੂੰ ਦੇਖਦੇ ਆ which is connected to the New Testament. ਉਹ ਕਿ ਜਿਹੜਾ ਹੁਣ ਇਸ ਵੇਲੇ ਜਿਹੜਾ ਨਵਾਂ ਹੈਗਾ ਟੈਸਟਮੈਂਟ ਜਿਹੜਾ ਉਹਦੇ ਨਾਲ ਉਹਦਾ ਕਨੈਕਟ ਹੋ ਗਿਆ Community of God through the Lord Jesus Christ. ਕਿ ਉਹ ਜਿਹੜੇ ਲੋਕ ਹੈਗੇ ਆ ਬੰਦੇ ਜਿਹੜੇ ਇਸ ਵੇਲੇ ਉਹ ਪ੍ਰਭੂ ਯਿਸੂ ਮਸੀਹ ਦੇ ਦੁਆਰਾ Verse 5. ਪੰਜਵੀਂ ਆ Clearly, we see here that the male child is Jesus. ਔਰ ਇਹ ਕਿ ਜਿਹੜਾ ਦੱਸਿਆ ਜਾਂਦਾ ਕਿ ਇਹ ਜਿਹੜਾ ਮਰਦ ਆ ਨਰ ਆ ਉਹ ਹੈਗਾ ਪ੍ਰਭੂ ਯਿਸੂ ਮਸੀਹ It says she bore a male child who was to rule all nations with a rod of iron. ਉਹ ਕਹਿੰਦਾ ਕਿ ਇੱਥੇ ਕੀ ਗੱਲ ਕਰਦਾ ਕਿ ਇਹ ਜਿਹੜਾ ਪੁੱਤਰ ਆ ਇੱਕ ਉਹਨੇ ਜਨਮ ਦਿੱਤਾ ਨਰ ਨੂੰ ਔਰ ਜਿਹੜਾ ਲੋਹੇ ਦੇ ਡੰਡੇ ਨਾਲ ਹਕੂਮਤ ਕਰੂਗਾ This image is taken from Psalm 2. ਔਰ ਇਹ ਜਿਹੜਾ ਜ਼ਬੂਰ 2 ਦੇ ਵਿੱਚੋਂ ਇਹ ਤਸਵੀਰ ਲਈ ਗਈ And ਹੈ you'll find this again and again. In order to understand the book of Revelation, you need to have an understanding of the Old Testament, because a lot of the imagery is taken from the Old Testament. ਔਰ ਜਿਹੜਾ ਪ੍ਰਕਾਸ਼ ਦੀ ਪੋਥੀ ਆ ਜੇ ਉਹਦੇ ਵਿੱਚ ਤਸਵੀਰਾਂ ਦੇਖਣੀਆਂ ਆ ਜਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨਾ ਆ ਤੇ ਬਹੁਤ ਕੁਝ ਜਿਵੇਂ ਤਸਵੀਰਾਂ ਉਹ ਪੁਰਾਣੇ ਨੇਮ ਦੇ ਵਿੱਚੋਂ ਲਈਆਂ ਗਈਆਂ ਤੇ ਫਿਰ ਪੁਰਾਣੇ ਨੇਮ ਨੂੰ ਵੀ ਸਮਝਣਾ ਜ਼ਰੂਰੀ ਆ And in the Old Testament, in Psalm 2, it talks about this child who will rule with a rod of iron, and that's talking about Christ, the Messiah. ਔਰ ਜਿਹੜਾ ਜ਼ਬੂਰ 2 ਦੇ ਵਿੱਚ ਉੱਥੇ ਜਿਹੜੀ ਗੱਲ ਕੀਤੀ ਗਈ ਆ ਕਿ ਉਹ ਕੌਣ ਹੈ ਜਿਹੜਾ ਡੰਡੇ ਦੇ ਨਾਲ ਇਖਤਿਆਰ ਦੇ ਨਾਲ ਰਾਜ ਕਰਦਾ ਉਹ ਪ੍ਰਭੂ ਯਿਸੂ ਮਸੀਹ ਦੀ ਗੱਲ ਕੀਤੀ ਗਈ ਆ So you have this woman ਔਰ ਇਹ ਇਸਤਰੀ ਦੇਖਦੇ ਆ who symbolizes God's people. ਕਿ ਜੋ ਪ੍ਰਭੂ ਦੇ ਲੋਕਾਂ ਨੂੰ ਜ਼ਾਹਰ ਕਰਦੀ ਆ And through the Old Testament people of God, Christ came, the child came, the Son of God. ਕਿ ਜਿਹੜਾ ਪੁਰਾਣੇ ਨੇਮ ਦੇ ਲੋਕਾਂ ਦੇ ਦੁਆਰਾ ਜੋ ਪ੍ਰਭੂ ਯਿਸੂ ਮਸੀਹ ਜਿਹੜਾ ਇਹ ਬੱਚਾ ਆਇਆ But who then does the fiery dragon represent? ਔਰ ਇਹ ਫਿਰ ਜਿਹੜਾ ਦੇਖਦੇ ਆ ਕਿ ਜਿਹੜਾ ਅਜਗਰ ਆ ਜਿਹੜਾ ਇਹ ਕੌਣ ਆ Found in verse 3. ਜੋ ਤੀਸਰੀ ਅੱਜ ਦੇਖਦੇ ਆ Now this is easy. ਔਰ ਇਹ ਸੌਖਾ ਹੀ ਆ This is quite clearly Satan, the devil. ਔਰ ਇਹ ਕਹਿ ਸਕਦੇ ਹਾਂ ਕਿ ਇਹਨੂੰ ਸਮਝਣਾ ਕੋਈ ਮੁਸ਼ਕਲ ਨਹੀਂ ਕਿ ਇਹ ਜਿਹੜਾ ਸ਼ੈਤਾਨ ਆ And verse 9 mentions devil and Satan. ਔਰ ਇੱਥੇ ਕਿ ਜਿਹੜਾ ਇਹ ਸ਼ੈਤਾਨ ਇਬਲੀਸ ਜਿਹਨੂੰ ਕਿਹਾ ਜਾਂਦਾ ਆ So the 7 heads and crown symbolizes arrogant rule. ਕਿ ਜਿਹੜੇ 7 ਹੈਗੇ ਆ ਉਹਦਾ ਮੁਕਟ ਉਹ ਕਿ ਉਹਦਾ ਜਿਹੜਾ ਘਮੰਡ ਨਾਲ ਭਰਿਆ Over ਹੋਇਆ the demonic world and the evil world system here.
ਔਰ ਇੱਥੇ ਕਿ ਜੋ ਦੁਨੀਆ 'ਚ ਅਸੀਂ ਦੇਖਦੇ ਹਾਂ ਕਿ ਜੋ ਇਸ ਵੇਲੇ ਦੁਨੀਆ ਦੀ ਜਿਹੜੀ ਹਾਲਤ ਆ, the 10 horns ਜਿਹੜੇ 10 ਸਿੰਘ ਆ, probably talk of his destructive power. ਕਿ ਇਹ ਕਿ ਕਿਸ ਤਰ੍ਹਾਂ ਉਹ ਕਿੰਨਾ ਕੁਛ ਜਿਹੜਾ ਉਹ ਨਾਸ਼ ਕਰ ਸਕਦਾ ਆ। He's a fiery red dragon that symbolizes his murderous nature. ਕਿ ਦੇਖਦੇ ਕਿ ਕਿੰਨਾ ਉਹ ਘਿਨਾਉਣਾ ਆ ਇਹ ਜਿਹੜਾ ਅਜਗਰ ਆ, ਜਿਹੜਾ ਸ਼ੈਤਾਨ ਆ, ਕਿ ਕੀ ਕੁਛ ਉਹ ਕਰ ਸਕਦਾ ਆ। Jesus said in John 8 verse 44 that he was a murderer from the beginning. ਔਰ ਜੋ ਅਸੀਂ ਦੇਖਦੇ ਪ੍ਰਭੂ ਦੇ ਬਚਨ ਕਿ ਯੋਹੰਨਾ 8:44 ਦੇ ਵਿੱਚ ਕਿ ਉਹ ਸ਼ੁਰੂ ਤੋਂ ਹੀ ਜਿਹੜਾ ਉਹ ਕਤਲ ਕਰਨ ਵਾਲਾ ਸੀ। Satan lied to Eve. ਕਿ ਜਿਹੜਾ ਸ਼ੈਤਾਨ ਸੀਗਾ ਉਹਨੇ ਸ਼ੁਰੂ ਵਿੱਚ ਹੀ ਈਵ ਜਿਹੜੀ ਸੀਗੀ ਹਵਾ ਉਹਦੇ ਨਾਲ ਝੂਠ ਮਾਰਿਆ And brought humanity down and it died. He was a murderer from the beginning. ਕਿ ਸ਼ੁਰੂ ਦੇ ਵਿੱਚੋਂ ਹੀ ਉਹ ਕਤਲ ਕਰਨ ਵਾਲਾ ਸੀਗਾ ਜਿਹਨੇ ਝੂਠ ਮਾਰ ਕੇ ਇਨਸਾਨੀਅਤ ਨੂੰ ਡੇਗ ਦਿੱਤਾ। In verse 4, this tail ਕਿ ਜਿਹੜੀ ਚੌਥੀ ਆ ਉਹ ਜਿਹੜੀ ਪੂਛ ਦੀ ਗੱਲ ਹੋ that ਰਹੀ ਹੈ drew a third of the stars of heaven ਕਿ ਜਿਹੜਾ 1/3 ਜਿਹੜੇ ਤਾਰੇ ਉਹ ਥੱਲੇ ਲੈ ਆਇਆ may be a reference to the fact that a third of the angelic beings fell with him when he fell from heaven. ਔਰ ਇਹ ਹੋ ਸਕਦਾ ਕਿ ਜਿਹੜੀ ਤਸਵੀਰ ਅਸੀਂ ਦੇਖਦੇ ਹਾਂ ਇੱਥੇ ਕਿ ਜਿਹੜਾ 1/3 ਜਿਹੜੇ ਦੂਤ ਉਹਦੇ ਨਾਲ ਜਿਹੜੇ ਡਿੱਗ ਪਏ Or it might be just a reference to his destructive power in the universe. ਔਰ ਜਾਂ ਕਹਿ ਸਕਦੇ ਹਾਂ ਕਿ ਜੋ ਕੁਛ ਉਹ ਇਸ ਵੇਲੇ ਨਾਸ਼ ਕਰ ਸਕਦਾ ਦੁਨੀਆ ਦੇ ਵਿੱਚ ਨੁਕਸਾਨ ਕਰ ਸਕਦਾ। So you have this ugly beast ਔਰ ਇਹ ਜਿਹੜਾ ਇੱਕ ਘਿਨਾਉਣਾ ਜਿਹੜਾ ਕਿ ਦੇਖਦੇ ਹਾਂ ਅਜਗਰ ਆ ready waiting for the birth of this child. ਔਰ ਉਹ ਤਿਆਰ ਆ ਉਹ ਇੰਤਜ਼ਾਰ ਵਿੱਚ ਆ ਕਿ ਜਦੋਂ ਇਸ ਬੱਚੇ ਦਾ ਜਨਮ ਹੋਵੇ Ready to eat the child when it's born. ਕਿ ਉਹ ਉਹਨੂੰ ਬੱਚੇ ਨੂੰ ਭੱਖ ਲਵੇ ਉਹਨੂੰ ਖਤਮ ਕਰ ਦੇਵੇ ਜਦੋਂ ਉਹਦਾ ਜਨਮ ਹੁੰਦਾ ਆ। Now let's not get lost in the detail here. ਔਰ ਇੱਥੇ ਜਿਹੜਾ ਇਹ ਇਹਨਾਂ ਬਰੀਕੀਆਂ ਦੇ ਵਿੱਚ ਅਸੀਂ ਵੀ ਨਾ ਗਵਾਚ ਨਾ ਜਾਈਏ। Let's see what picture is being portrayed here. ਔਰ ਇੱਥੇ ਅਸੀਂ ਉੱਤੇ ਧਿਆਨ ਦੇਖਣਾ ਕਿ ਜਿਹੜੀ ਕਿਹੜੀ ਤਸਵੀਰ ਸਾਨੂੰ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ। This is saying ਔਰ ਇਹ ਇੱਥੇ ਕਹਿ ਰਿਹਾ that the devil's aim is to destroy Christ. ਉਹ ਕੀ ਕਹਿੰਦਾ ਕਿ ਜਿਹੜਾ ਉਹਦਾ ਨਿਸ਼ਾਨਾ ਆ ਜਿਹੜਾ ਸ਼ੈਤਾਨ ਆ ਅਜਗਰ ਆ ਉਹਦਾ ਹੈਗਾ ਕਿ ਉਹ ਮਸੀਹ ਨੂੰ ਉਹ ਖਤਮ ਕਰੇ। And we actually see this played out on earth even when Christ was born. ਔਰ ਅਸੀਂ ਉਦੋਂ ਵੀ ਦੇਖ ਸਕਦੇ ਹਾਂ ਕਿ ਉਹਨੇ ਇਹ ਕੋਸ਼ਿਸ਼ ਕੀਤੀ ਜਦੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਇਸ ਧਰਤੀ ਤੇ ਹੋਇਆ ਸੀ। Satan inspires people. ਕਿ ਕਿਸ ਤਰ੍ਹਾਂ ਜਿਹੜਾ ਸ਼ੈਤਾਨ ਨੇ ਉਹਨੇ ਸਾਰਾ ਕੁਝ ਜਿਹੜੇ ਲੋਕਾਂ ਦੇ ਦਿਮਾਗਾਂ ਵਿੱਚ ਗੱਲ ਪਾਈ। When Jesus was born, ਜਦੋਂ ਪ੍ਰਭੂ ਦਾ ਜਨਮ ਇੱਥੇ ਹੋਇਆ ਸੀ he must have aroused the thoughts of Herod, ਕਿ ਕਿਸ ਤਰ੍ਹਾਂ King Herod. ਕਿ ਜਿਹੜਾ ਰਾਜਾ ਹੈਰੋਦੇ ਸੀਗਾ ਕਿਸ ਤਰ੍ਹਾਂ ਉਹਦੇ ਦਿਮਾਗ ਦੇ ਵਿੱਚ ਉਹਨੇ ਉਹ ਖਿਆਲ ਪਾਏ who wanted to kill Christ, the child. ਔਰ ਉਹ ਦੇਖਦੇ ਆ ਕਿ ਕਿਸ ਤਰ੍ਹਾਂ ਉਹ ਚਾਹੁੰਦਾ ਸੀਗਾ ਜਿਹੜਾ ਕਿ ਹੈਰੋਦੇਸ ਰਾਜਾ ਸੀ ਕਿ ਉਹਨੂੰ ਖਤਮ ਕਰੇ ਬੱਚੇ ਨੂੰ। And Herod told the wise men to tell him where the child was born, but they don't. ਔਰ ਕੀ ਉੱਥੇ ਸਾਨੂੰ ਪਤਾ ਕਿ ਜਿਹੜਾ ਹੈਰੋਦੇਸ ਸੀਗਾ ਰਾਜਾ ਉਹਨੇ ਕਿਹਾ ਮਜੂਸੀਆਂ ਨੂੰ ਕਿ ਤੁਸੀਂ ਮੈਨੂੰ ਦੱਸਿਓ ਇਹਦਾ ਜਦੋਂ ਪ੍ਰਭੂ ਯਿਸੂ ਮਸੀਹ ਦਾ ਉਹ ਜਨਮ ਕਿੱਥੇ ਹੋਇਆ। See, Herod had his own thoughts, his own jealousies. He was threatened by the birth of another king. ਔਰ ਉਹਦੀਆਂ ਆਪਣੀਆਂ ਸੋਚਾਂ ਸੀਗੀਆਂ ਉਹ ਜਿਹੜਾ ਈਰਖਾ ਦੇ ਨਾਲ ਭਰਿਆ ਹੋਇਆ ਸੀਗਾ ਉਹ ਚਾਹੁੰਦਾ ਸੀਗਾ ਕਿ ਮੈਂ ਇਸ ਬੱਚੇ ਨੂੰ ਖਤਮ ਕਰਾਂ। But it was inspired and motivated. Behind it was Satan, the dragon. ਔਰ ਉਹਦਾ ਜਿਹੜੀ ਸੋਚਾਂ ਵਿਚਾਰਾਂ ਜਾਂ ਉਹ ਤਿਆਰ ਕਿੱਦਾਂ ਕੀਤਾ ਗਿਆ ਕਿਉਂਕਿ ਉਹਦੇ ਜਿਹੜਾ ਪਿੱਛੇ ਹੱਥ ਸ਼ੈਤਾਨ ਦਾ ਸੀ who was wanting to destroy Christ at his birth and destroy Christ throughout his life. ਔਰ ਕਿਉਂਕਿ ਉਹ ਸ਼ੈਤਾਨ ਨੂੰ ਤਿਆਰ ਕਰ ਰਿਹਾ ਸੀਗਾ ਕਿ ਉਹਨੂੰ ਬੱਚੇ ਹੁੰਦੇ ਸ਼ੁਰੂ ਵਿੱਚ ਹੀ ਉਹਨੂੰ ਖਤਮ ਕਰ ਦੇ ਜਾਂ ਫਿਰ ਜਦੋਂ ਦੁਨੀਆ ਦੇ ਵਿੱਚ ਸੀਗਾ ਉਹਨੂੰ ਖਤਮ ਕਰੇ। So firstly, ਪਹਿਲੀ ਗੱਲ we've seen what is going on here in Revelation. ਔਰ ਇੱਥੇ ਕੀ ਦੇਖਦੇ ਹਾਂ ਕਿ ਪ੍ਰਕਾਸ਼ ਦੀ ਪੁਸਤਕ 'ਚ ਕੀ ਹੋ ਰਿਹਾ। Chapter 12 verse 1 to 5. ਜਿਹੜਾ ਪ੍ਰਕਾਸ਼ ਦੀ ਪੁਸਤਕ 12:1-5 ਦੇ ਵਿੱਚ। Secondly, ਦੂਸਰੀ ਗੱਲ we've considered what it means. ਔਰ ਫਿਰ ਦੇਖਿਆ ਕਿ ਇਹਦਾ ਕੀ ਮਤਲਬ ਆ। Finally, ਅਖੀਰ ਦੇ ਵਿੱਚ Christ is victorious over the devil. ਕਿ ਜੋ ਪ੍ਰਭੂ ਯਿਸੂ ਮਸੀਹ ਆ ਉਹ ਸ਼ੈਤਾਨ ਉੱਤੇ ਜੇਤੂ ਆ। Look at verse 5. ਪੰਜਵੀਂ ਆਇਤ It says this. ਤੇ ਲਿਖਿਆ ਹੋਇਆ She bore a male child who was to rule all nations with a rod of iron, and her child was caught up to God and his throne. ਪੰਜਵੀਂ ਆਇਤ
ਉਹ ਇੱਕ ਪੁੱਤਰ ਨਰ ਬਾਲ ਜਣੀ ਜਿਹਨੇ ਲੋਹੇ ਦੇ ਡੰਡੇ ਨਾਲ ਸਭਨਾ ਕੰਮਾਂ ਉੱਤੇ ਹਕੂਮਤ ਕਰਨੀ ਹੈ ਅਤੇ ਉਹਦਾ ਬਾਲਕ ਪਰਮੇਸ਼ਰ ਕੋਲ ਅਤੇ ਉਹਦੇ ਸਿੰਘਾਸਨ ਕੋਲ ਉਠਾਇਆ ਗਿਆ। This is a reference to the fact that Christ ascended to heaven. ਔਰ ਇੱਥੇ ਜਿਹੜੀ ਗੱਲ ਦੇਖੀ ਗਈ ਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸਵਰਗ ਵਿੱਚ ਉਠਾਇਆ ਗਿਆ ਸੀ Christ defeated Satan at the cross. ਕਿ ਪ੍ਰਭੂ ਯਿਸੂ ਮਸੀਹ ਨੇ ਸਲੀਬ ਤੇ ਸ਼ੈਤਾਨ ਨੂੰ ਹਰਾ ਦਿੱਤਾ He rose again. He conquered death. ਔਰ ਪ੍ਰਭੂ ਯਿਸੂ ਮਸੀਹ ਜਦੋਂ ਮੁਰਦਿਆਂ ਵਿੱਚੋਂ ਜੀ ਉੱਠ ਕੇ ਮੌਤ ਤੇ ਜਿੱਤ ਪਾਈ ਆ And he ascended to heaven. ਕਿ ਜਦੋਂ ਸਵਰਗ ਵਿੱਚ ਪ੍ਰਭੂ ਨੂੰ ਉਠਾਇਆ ਗਿਆ And although Satan is powerful, ਭਾਵੇਂ ਜਿਹੜਾ ਸ਼ੈਤਾਨ ਆ ਉਹ ਬਹੁਤ ਤਾਕਤਵਰ ਆ we need to remember that Satan is a defeated enemy. ਪਰ ਸਾਨੂੰ ਇਹ ਯਾਦ ਰੱਖਣ ਦੀ ਲੋੜ ਆ ਕਿ ਜਿਹੜਾ ਸ਼ੈਤਾਨ ਆ ਉਹ ਹਾਰਿਆ ਹੋਇਆ ਦੁਸ਼ਮਣ ਆ Satan has been crushed at the cross. ਕਿ ਜਿਹੜਾ ਸ਼ੈਤਾਨ ਆ ਉਹਨੂੰ ਕੁਚਲਿਆ ਗਿਆ ਆ ਸਲੀਬ ਦੇ ਉੱਤੇ And now he's ascended to be at the right hand of the throne of God ਕਿ to ਇਸ ਵੇਲੇ rule. ਹੁਣ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਉੱਠਿਆ ਔਰ ਸਿੰਘਾਸਨ ਦਾ ਜਿਹੜਾ ਬਿਰਾਜਮਾਨ ਸੱਜੇ ਪਾਸੇ ਆ There was a man who speaks of his experience of going to the zoo. ਔਰ ਇੱਕ ਕੋਈ ਬੰਦਾ ਆਪਣੀ ਗੱਲ ਕਰਦਾ ਹੈ ਕਿ ਜਦੋਂ ਉਹ ਜਿਹੜਾ ਚਿੜੀਆ ਘਰ ਆ ਜਾਂਦਾ ਉੱਥੇ And now here in the Midlands where we live, in this area, there's a zoo, Dudley Zoo. ਔਰ ਇੱਥੇ ਜਿੱਥੇ ਅਸੀਂ ਰਹਿੰਦੇ ਸਾਡੇ ਲਾਗੇ ਜਿਹੜਾ ਚਿੜੀਆ ਘਰ ਆ ਉਹ ਹੈਗਾ ਆ ਡਡਲੀ ਜ਼ੂ ਜਿਹੜੀ ਇੱਥੇ ਸਾਡੇ ਨੇੜੇ ਹੀ ਆ I've lived in this area all my life. The zoo is only a few miles away. ਔਰ ਮੇਰੇ ਤੋਂ ਕੋਈ ਬਹੁਤ ਦੂਰ ਨਹੀਂ ਇਹ ਜਿਹੜਾ ਚਿੜੀਆ ਘਰ ਆ ਥੋੜਾ ਹੀ ਆ But I've never been to the zoo. ਪਰ ਉੱਥੇ ਮੈਂ ਕਦੀ ਗਿਆ ਨਹੀਂ My wife tells me if we go there, that they'll keep me there. That's why I don't go. ਔਰ ਕਈ ਵਾਰੀ ਭਾਈ ਕਹਿੰਦੇ ਕਿ ਮੇਰੀ ਪਤਨੀ ਕਹਿੰਦੀ ਕਿ ਉੱਥੇ ਮੈਨੂੰ ਰੱਖਣਾ ਲੈਣ ਇਸ ਲਈ ਕਰਕੇ ਨਹੀਂ ਜਾਂਦੇ Anyway, there was this man who went to the zoo to see some tigers. ਔਰ ਇਹ ਜਿਹੜਾ ਮਨੁੱਖ ਆ ਉੱਥੇ ਗਿਆ ਉਹ ਚਿੜੀਆ ਘਰ ਜੂ ਦੇ ਵਿੱਚ ਕਿ ਉਹ ਉੱਥੇ ਸ਼ੇਰਾਂ ਨੂੰ ਦੇਖੇ As he stood watching, ਜਦੋਂ ਉਹ ਦੇਖ ਰਿਹਾ ਸੀ he noticed the zookeeper came into the cage of the single tiger. ਔਰ ਫਿਰ ਦੇਖਿਆ ਕਿ ਜਿਹੜਾ ਉੱਥੇ ਚਿੜੀਆ ਘਰ ਦੇ ਵਿੱਚ ਸੀਗਾ ਬੰਦਾ ਕੋਈ ਉਹ ਜਿਹੜਾ ਉਹਦਾ ਪਿੰਜਰਾ ਸੀਗਾ ਸ਼ੇਰ ਦਾ ਉਹਦੇ ਵਿੱਚ ਜਾਂਦਾ He had nothing in his hand apart from a broom. ਔਰ ਉਹਦੇ ਕੋਲ ਕੁਛ ਇੰਨਾ ਬਹੁਤ ਜ਼ਿਆਦਾ ਨਹੀਂ ਉਹਨੇ ਹੈਗਾ ਸਿਰਫ ਉਹਦੇ ਕੋਲ ਜਿਹੜਾ ਬਰੂਮ ਹੁੰਦਾ ਉਹੀ ਸੀਗਾ And he began to sweep. ਔਰ ਉੱਥੇ ਫਿਰ ਉਹ ਸੰਭਰਨਾ ਉਹਨੇ ਸ਼ੁਰੂ ਕੀਤਾ He even swept around the tiger without any fear. ਔਰ ਉਹਨੂੰ ਕੋਈ ਡਰ ਨਹੀਂ ਉਹ ਜਿਹੜਾ ਸ਼ੇਰ ਆ ਉਹਦੇ ਆਲੇ ਦੁਆਲੇ ਵੀ ਸਫਾਈ ਕਰਦਾ He ਹੈ even poked the tiger with the broom to tell it to move so he could sweep under the tiger. ਔਰ ਉਹ ਸ਼ੈਤਾਨ ਨੂੰ ਇੱਕ ਪਾਸੇ ਵੀ ਕਰਦਾ ਆ ਉਸ ਬਰੂਮ ਦੇ ਨਾਲ ਹੁੱਜ ਮਾਰ ਕੇ ਕਿ ਤਾਂ ਕਿ ਉਹ ਤੋਂ ਸਫਾਈ ਕਰੇ As the man observed, ਔਰ ਜਦੋਂ ਉਸ ਬੰਦੇ ਨੇ ਦੇਖਿਆ ਉਹਨੂੰ he was amazed at how brave the zookeeper was. ਔਰ ਉਹਨੇ ਦੇਖਿਆ ਕਿ ਜਿਹੜਾ ਉਹ ਸੀਗਾ ਦੇਖਭਾਲ ਕਰਨ ਵਾਲਾ ਉੱਥੇ ਦਾ ਸੀਗਾ ਚਿੜੀਆ ਕਰਦਾ ਕਿ ਕਿੰਨਾ ਬਹਾਦਰ ਆ And he shouted and said, "You're a brave man." ਔਰ ਉਹਨੇ ਕਿਹਾ ਕਿ ਤੂੰ ਬਹੁਤ ਬਹਾਦਰ ਆ And he said, "The tiger is probably tame and not wild." ਔਰ ਕਿਹਾ ਕਿ ਇਹ ਜਿਹੜਾ ਸ਼ੇਰ ਆ ਉਹ ਉੱਥੇ ਹੈਗਾ ਆ The zookeeper said, "No, the tiger is wild." ਔਰ ਉਹਨੇ ਕਿਹਾ ਕਿ ਇਹ ਹੈਗਾ ਜਿਹੜਾ ਇਹ ਇਵੇਂ ਨਹੀਂ ਸ਼ੇਰ ਇਹ ਜ਼ਬਰਦਸਤ ਆ ਇਹ ਜੰਗਲੀ ਜਾਨਵਰ ਆ The visitor said, "Then why does the tiger not attack you?" ਔਰ ਫਿਰ ਜਿਹੜਾ ਉੱਥੇ ਦੇਖਣ ਵਾਲਾ ਬੰਦਾ ਸੀਗਾ ਉਹਨੇ ਕਿਹਾ ਜਿਹੜਾ ਜ਼ੂਕੀਪਰ ਸੀਗਾ ਤੂੰ ਤੇਰੇ ਤੇ ਹਮਲਾ ਕਿਉਂ ਨਹੀਂ ਕੀਤਾ The zookeeper said, "The tiger is strong, it is wild, but it doesn't have any teeth." ਪਰ ਉਹਨੇ ਫਿਰ ਉਹਨੂੰ ਦੱਸਿਆ ਜਿਹੜਾ ਦੇਖਦਾ ਸੀ ਬੰਦਾ ਕਿ ਹਾਂ ਕਿ ਇਹ ਤਾਕਤਵਰ ਹੈਗਾ ਆ ਇਹ ਮੇਰੇ ਤੇ ਹਮਲਾ ਵੀ ਕਰ ਸਕਦਾ ਆ ਪਰ ਇਹਦੇ ਜਿਹੜੇ ਦੰਦ ਆ ਕੱਢੇ ਹੋਏ ਆ The devil is powerful. ਜਿਹੜਾ ਸ਼ੈਤਾਨ ਆ ਉਹ ਤਾਕਤਵਰ ਤੇ ਹੈਗਾ ਆ The devil is strong. ਉਹ ਬਹੁਤ ਸਮਰੱਥਾ ਵਾਲਾ ਆ But his teeth have been knocked out. ਪਰ ਜਿਹੜੇ ਉਹਦੇ ਦੰਦ ਆ ਉਹ ਕੱਢੇ ਗਏ ਆ The devil has lost the battle. ਕਿ ਜਿਹੜਾ ਸ਼ੈਤਾਨ ਆ ਉਹ ਆਪਣੀ ਜਿਹੜੀ ਹਾਰ ਆ ਉਹ ਮੰਨ ਚੁੱਕਾ ਉਹਨੂੰ ਪਤਾ The devil has been crushed and defeated at the cross. ਕਿ ਜਦੋਂ ਸਲੀਬ ਤੇ ਉਹਨੂੰ ਹਰਾਇਆ ਗਿਆ ਪ੍ਰਭੂ ਨੇ He can frighten us, ਉਹ ਸਾਨੂੰ ਡਰਾ ਤੇ ਸਕਦਾ ਆ but we can be victorious over him. ਪਰ ਅਸੀਂ ਉਹਦੇ ਉੱਤੇ ਜਿੱਤ ਪਾ ਸਕਦੇ ਹਾਂ Christ conquered him
at Calvary. ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਉਹਦੇ ਜਿਹੜੀ ਸਲੀਬ ਆ ਉਹਦੇ ਉੱਤੇ ਉਹਨੂੰ ਕੁਚਲ ਦਿੱਤਾ Christ- ਔਰ ਜਿੱਤ ਪਾ ਲਈ Was resurrected and ascended to heaven, it says in verse 5. ਔਰ ਜੇ ਪੰਜਵੀਂ ਆਇਤ ਤੇ ਅਸੀਂ ਦੇਖਦੇ ਹਾਂ ਕਿ ਮਸੀਹ ਨੂੰ ਸਵਰਗ ਦੇ ਵਿੱਚ ਉਠਾਇਆ ਗਿਆ। This picture in Revelation ਔਰ ਇਹ ਜਿਹੜੀ ਤਸਵੀਰ ਆ ਪ੍ਰਕਾਸ਼ ਦੀ ਪੋਥੀ ਦੇ ਵਿੱਚ is not limited to simply Christ's time on earth or his birth. ਔਰ ਸਿਰਫ ਇਹੀ ਨਹੀਂ ਕਿ ਹੈਗਾ ਕਿ ਜਦੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਇੱਥੇ ਧਰਤੀ ਤੇ ਹੋਇਆ ਔਰ ਜਦੋਂ ਉਹ ਧਰਤੀ ਉੱਤੇ ਸੀ ਸਿਰਫ ਉਹ ਨਾ ਕੀ ਆ This opposition between Satan and Christ has been there from the beginning. ਔਰ ਇਹ ਜਿਹੜੀ ਹੈਗੀ ਆ ਲੜਾਈ ਸ਼ੈਤਾਨ ਦੀ ਲੱਗੀ ਹੋਈ ਪ੍ਰਭੂ ਦੇ ਨਾਲ ਮਸੀਹ ਦੇ ਨਾਲ ਇਹ ਤਾਂ ਸ਼ੁਰੂ ਤੋਂ ਹੀ ਸ਼ੁਰੂ ਹੋਈ ਹੈ। Satan has always opposed Christ. ਜਿਹੜਾ ਸ਼ੈਤਾਨ ਆ ਉਹ ਹਮੇਸ਼ਾ ਹੀ ਮਸੀਹ ਦੇ ਖਿਲਾਫ ਰਿਹਾ And he's always wanted to stop him coming to the earth so that he could not save people. ਔਰ ਇਹ ਜਿਹੜਾ ਹੈਗਾ ਚਾਹੁੰਦਾ ਸ਼ੈਤਾਨ ਕਿ ਹਮੇਸ਼ਾ ਕਿ ਉਹ ਨਹੀਂ ਸੀ ਚਾਹੁੰਦਾ ਕਿ ਪ੍ਰਭੂ ਆਵੇ ਔਰ ਉਹਦੇ ਜਿਹੜੇ ਲੋਕ ਆ ਉਹਨਾਂ ਨੂੰ ਬਚਾਵੇ। Where else do you get this picture? ਔਰ ਇੱਥੇ ਹੋਰ ਕਿੱਥੇ ਤਸਵੀਰ ਦੇਖਦੇ ਆ In the Bible of a woman, a child, and a dragon or a beast. ਕਿ ਜਿਹੜੀ ਇਹ ਤਸਵੀਰ ਅਸੀਂ ਇੱਥੇ ਦੇਖਦੇ ਹਾਂ ਕਿ ਜਿਹੜੀ ਔਰਤ ਆ ਜਿਹੜਾ ਬੱਚਾ ਆ ਜਿਹੜਾ ਅਜਗਰ ਆ ਹੋਰ ਤਸਵੀਰ ਕਿੱਥੇ ਆ You see to the beginning, don't you? Genesis 3 verse 15. ਔਰ ਉਹ ਤੇ ਸ਼ੁਰੂ ਵਿੱਚ ਅਸੀਂ ਦੇਖ ਲੈਂਦੇ ਆ ਜਿਹੜੀ ਉਤਪਤ 3:15 ਦੇ ਵਿੱਚ ਉੱਤੇ ਤਸਵੀਰ ਹੈਗੀ ਆ After man fell into sin, ਜਦੋਂ ਜਿਹੜਾ ਮਨੁੱਖ ਸੀਗਾ ਉਹ ਜਦੋਂ ਪਾਪ ਵਿੱਚ ਡਿੱਗ ਪਿਆ we get these three characters. ਔਰ ਉੱਥੇ ਅਸੀਂ ਇਹ ਤਿੰਨਾਂ ਨੂੰ ਅਸੀਂ ਦੇਖਦੇ ਆ A woman, a child, and a serpent. ਕਿ ਉੱਥੇ ਕਿ ਜਿਹੜੀ ਇਸਤਰੀ ਆ ਔਰ ਜਿਹੜਾ ਸੱਪ ਆ ਔਰ ਜਿਹੜਾ ਬੱਚਾ ਆ The serpent tempted Eve ਕਿ ਕਿਸ ਤਰ੍ਹਾਂ ਸ਼ੈਤਾਨ ਨੇ ਹਵਾ ਨੂੰ ਭਰਮਾਇਆ in the Garden of Eden. ਜਿਹੜਾ ਅਦਨ ਦਾ ਬਾਗ ਹੈ ਉਹਦੇ ਵਿੱਚ And then God said, ਔਰ ਫਿਰ ਪਰਮੇਸ਼ਰ ਨੇ ਕਿਹਾ I will put enmity between the serpent's seed and the woman's seed. ਔਰ ਉੱਥੇ ਪਰਮੇਸ਼ਰ ਨੇ ਕਿਹਾ ਕਿ ਮੈਂ ਫਿਰ ਦੁਸ਼ਮਣੀ ਪਾਉਂਗਾ ਜਿਹੜੀ ਔਰਤ ਦਾ ਜਿਹੜਾ ਬੀਜ ਹੋਊਗਾ ਔਰ ਜਿਹੜਾ ਸ਼ੈਤਾਨ ਦਾ ਬੀਜ ਉਹਦੇ ਵਿੱਚ ਮੈਂ ਦੁਸ਼ਮਣੀ ਪਾਉਂਗਾ God says a seed, a child will come from the woman. ਔਰ ਪਰਮੇਸ਼ਰ ਨੇ ਕਿਹਾ ਕਿ ਔਰਤ ਦੇ ਵਿੱਚੋਂ ਜਿਹੜਾ ਬੀਜ ਆਊਗਾ This will be Jesus. ਔਰ ਇਹ ਕੌਣ ਕਿ ਜਿਹੜਾ ਪ੍ਰਭੂ ਯਿਸੂ ਮਸੀਹ But the serpent, Satan, ਔਰ ਕਿ ਇਹ ਜਿਹੜਾ ਸ਼ੈਤਾਨ ਹੈ ਜਿਹੜਾ ਸੱਪ ਆ will oppose the woman and her seed. ਕਿ ਉਹ ਕਹਿੰਦਾ ਕਿ ਉਹ ਜਿਹੜੀ ਔਰਤ ਆ ਔਰ ਜਿਹੜਾ ਬੱਚਾ ਹੋਊਗਾ ਉਹਦਾ ਉਹ ਵਿਰੋਧ ਕਰੂਗਾ It's there from the beginning. ਔਰ ਇਹ ਸ਼ੁਰੂ ਤੋਂ ਹੀ ਉਹ ਸ਼ੁਰੂ ਹੋਇਆ And we see it again and again played out in the Old Testament. ਕਿ ਕਿਸ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਬਾਰ-ਬਾਰ ਜਿਹੜਾ ਪੁਰਾਣੇ ਨਿਯਮ ਦੇ ਵਿੱਚ ਇਹ ਸਾਰਾ ਕੁਝ ਹੁੰਦਾ The conflict is there. ਕਿ ਜਿਹੜੀ ਲੜਾਈ ਆ ਉਹ ਸ਼ੁਰੂ ਤੋਂ ਹੀ ਇਹ ਲੱਗੀ ਹੋਈ ਆ God permits it in His sovereignty. He permits Satan and Christ. He permits this conflict. ਔਰ ਕਿ ਅਸੀਂ ਕਿ ਦੇਖਦੇ ਹਾਂ ਕਿ ਪਰਮੇਸ਼ਰ ਨੇ ਜੋ ਵੀ ਉਹਦੀ ਪਰਮੇਸ਼ਰਤਾ ਆਈ ਆ ਉਹਦੇ ਵਿੱਚ ਉਹਨੇ ਹੋਣ ਦਿੱਤਾ ਕਿ ਹਾਂ ਕਿ ਉਹ ਸ਼ੈਤਾਨ ਨੂੰ ਕੁਛ ਇਹ ਕਰ ਲੈਣ ਦੇਵੇ We see it with Cain and Abel. ਔਰ ਜਿਹੜਾ ਕੇਨ ਤੇ ਹਾਬਲ ਨਾਲ ਅਸੀਂ ਦੇਖਦੇ ਕੀ Satan ਹੁੰਦਾ was there, the dragon was there, the serpent was there. ਕਿ ਉੱਥੇ ਅਸੀਂ ਦੇਖਦੇ ਹਾਂ ਕਿ ਜਿਹੜਾ ਸ਼ੈਤਾਨ ਸੀਗਾ ਇਹ ਅਜਗਰ ਹੈ ਉੱਥੇ ਵੀ ਸੀਗਾ Inspiring Cain to kill Abel so the seed cannot come. ਔਰ ਜਦੋਂ ਉਹਨੇ ਕਾਇਨ ਨੂੰ ਕਿਸ ਤਰ੍ਹਾਂ ਕੀਤਾ ਕਿ ਉਹ ਕਾਮਯਾਬ ਹੋਏ ਹਾਬਲ ਨੂੰ ਮਾਰ ਕੇ ਜਿਹੜਾ ਅੱਗੇ ਬੀਜ ਨਾ But ਬਦਲੇ every time God makes provision ਕਿ ਜਦੋਂ ਵੀ ਪਰਮੇਸ਼ਰ ਕੋਈ ਇੰਤਜ਼ਾਮ ਕਰਦਾ ਆ and is victorious over Satan, ਕਿ ਜਦੋਂ ਉਹ ਸ਼ੈਤਾਨ ਦੇ ਤੇ ਜਿੱਤ ਪਾਉਂਦਾ ਆ Adam and Eve have another son, Seth, and the Savior will come through him. ਕਿ ਫਿਰ ਵੀ ਦੇਖਦੇ ਆ ਕਿ ਜਿਹੜਾ ਆਦਮ ਤੇ ਹਵਾ ਦੇ ਜਿਹੜਾ ਦੂਸਰਾ ਉਹਦੇ ਸੇਤ ਪੁੱਤਰ ਹੋਇਆ ਸੀ ਉਹਦੇ ਵਿੱਚ ਹੀ ਪ੍ਰਭੂ ਨੇ ਆਉਣਾ We ਸੀ see it in Genesis chapter 6. ਔਰ ਜਿਹੜਾ ਉਤਪਤ 6 ਦੇ ਵਿੱਚ ਦੇਖਦੇ ਆ Where evil spreads throughout the earth. ਕਿ ਕਿਸ ਤਰ੍ਹਾਂ ਜਿਹੜੀ ਬੁਰਾਈ ਪਾਪ ਦੁਨੀਆ ਦੇ ਵਿੱਚ ਵੱਧ ਗਿਆ Satan's done his work. ਔਰ ਉੱਥੇ ਕਿ ਕਿਸ ਤਰ੍ਹਾਂ ਸ਼ੈਤਾਨ ਨੇ ਆਪਣਾ ਤੇ ਕੰਮ Things are ਕੀਤਾ so bad that God has to judge the world. ਕਿ ਇੰਨਾ ਪਾਪ ਵੱਧ ਗਿਆ ਸੀਗਾ ਕਿ ਪਰਮੇਸ਼ਰ ਨੂੰ ਦੁਨੀਆ ਉੱਤੇ ਨਿਆਂ ਕਰਨਾ ਪਿਆ If humanity is destroyed, humanity cannot be saved. ਔਰ ਜੇ ਇਨਸਾਨੀਅਤ ਨੂੰ ਨਾਸ਼ ਕੀਤਾ ਜਾਵੇ ਤਾਂ ਉਹ ਕਿਸ ਤਰ੍ਹਾਂ ਬਚ ਸਕਦੀ ਹੈ But then there's Noah. ਔਰ ਫਿਰ ਜਿਹੜਾ ਨੋਵਾ ਹੁੰਦਾ ਹੈ This battle goes on and on between the dragon, Satan, and the seed. ਔਰ ਕਿ ਕਿਸ ਤਰ੍ਹਾਂ ਉੱਥੇ ਅਸੀਂ ਦੇਖਦੇ ਹਾਂ ਜਿਹੜੀ ਲੜਾਈ ਆ ਉਹ ਸ਼ੈਤਾਨ ਦੀ ਔਰ ਜਿਹੜਾ ਸ਼ੈਤਾਨ ਦਾ ਬੀਜ ਹੈ ਉਹਦੇ ਨਾਲ ਲੱਗੀ ਹੋਈ ਆ See, the dragon wants to devour this child. ਔਰ
ਕਿ ਉਹ ਜਿਹੜਾ ਇਹ ਅਜਗਰ ਸੀਗਾ ਉਹ ਚਾਹੁੰਦਾ ਸੀਗਾ ਕਿ ਬੱਚੇ ਨੂੰ ਭਖ ਲਵੇ, destroy him coming into the world. ਕਿ ਉਹ ਨਹੀਂ ਸੀ ਚਾਹੁੰਦਾ ਕਿ ਇਸ ਦੁਨੀਆ ਦੇ ਵਿੱਚ ਉਹ ਆਵੇ। Sometimes he almost succeeds, like in the time of Esther, where the Jews are almost destroyed. ਔਰ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਉਹ ਲੱਗਦਾ ਸੀਗਾ ਕਿ ਸ਼ਾਇਦ ਸ਼ੈਤਾਨ ਜਿਹੜਾ ਕਾਮਯਾਬ ਹੋ ਜਾਵੇ ਅਸਤਰ ਦੇ ਸਮੇਂ ਵਿੱਚ, ਕਿਸ ਤਰ੍ਹਾਂ ਯਹੂਦੀਆਂ ਨੂੰ ਖਤਮ ਕਰਨਾ ਚਾਹੁੰਦਾ ਸੀ। And if the Jews are destroyed, Christ cannot come into the world. ਔਰ ਜੇ ਯਹੂਦੀਆਂ ਦਾ ਬਿਲਕੁਲ ਨਾਸ਼ ਹੋ ਜਾਂਦਾ, ਕਰ ਦਿੱਤਾ ਜਾਂਦਾ, ਤੇ ਫਿਰ ਮਸੀਹ ਉਸ ਕੌਮ ਦੇ ਚੋਂ ਨਹੀਂ ਸੀ ਆ But ਸਕਦਾ। God rescues the Jews through Esther. ਔਰ ਕਿਸ ਤਰ੍ਹਾਂ ਪਰਮੇਸ਼ਰ ਨੇ ਯਹੂਦੀ ਕੌਮ ਨੂੰ ਬਚਾਇਆ ਅਸਤਰ ਦੁਆਰਾ। Satan tries again and again ਜਿਹੜਾ ਸ਼ੈਤਾਨ ਆ ਉਹ ਫਿਰ ਬਾਰ-ਬਾਰ ਜਿਹੜਾ ਉਹ ਇਹ ਕੋਸ਼ਿਸ਼ ਕਰਦਾ ਆ to devour the child, to kill, to stop him coming into the world. ਕਿ ਕਿਸ ਤਰ੍ਹਾਂ ਉਹ ਉਸ ਬੱਚੇ ਨੂੰ ਖਤਮ ਕਰ ਦੇਵੇ ਔਰ ਉਹ ਦੇਖੇ ਕਿ ਇਸ ਦੁਨੀਆ ਵਿੱਚ ਨਾ ਆਵੇ। And God intervenes and protects the child's coming. ਔਰ ਕਿਸ ਤਰ੍ਹਾਂ ਪਰਮੇਸ਼ਰ ਫਿਰ ਦਖਲ ਅੰਦਾਜ਼ੀ ਦੇ ਕੇ ਔਰ ਉਹ ਬੱਚੇ ਨੂੰ ਉਸ ਦੇਖਭਾਲ ਕਰਦਾ ਹੋਵੇ। Until finally, through Israel, the child is born. ਔਰ ਦੇਖਦੇ ਕਿ ਕਿਸ ਤਰ੍ਹਾਂ ਅਕੀਦ ਵਿੱਚ ਕਿ ਇਜ਼ਰਾਈਲ ਦੇ ਵਿੱਚ ਕਿ ਕਿਸ ਤਰ੍ਹਾਂ ਇਜ਼ਰਾਈਲ ਦੁਆਰਾ ਜੇ ਬੱਚੇ ਦਾ ਜਨਮ ਹੁੰਦਾ ਹੈ। But even then he tries to devour the child. ਔਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਉਸ ਸਮੇਂ ਵੀ ਉਹ ਚਾਹੁੰਦਾ ਸੀਗਾ ਕਿ ਮੈਂ ਇਸ ਬੱਚੇ ਨੂੰ ਭਖ ਲਵਾਂ। We see this at his birth. ਔਰ ਉਹਦੇ ਜਿਹੜਾ ਜਨਮ ਦਾ ਸਮਾਂ ਆ ਦੇਖਦੇ ਹਾਂ। We see this when he tempts Jesus in the wilderness. ਔਰ ਉਦੋਂ ਵੀ ਦੇਖਦੇ ਹਾਂ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸ਼ੈਤਾਨ ਭਰਮਾਉਂਦਾ ਆ ਬੀਆਬਾਨ ਦੇ ਵਿੱਚ। But he fails. ਔਰ ਉੱਥੇ ਵੀ ਹਾਰ ਜਾਂਦਾ He ਆ। tries in the Garden of Gethsemane. ਔਰ ਜਿਹੜੀ ਗੈਥਸਮਨੀ ਦਾ ਜਿਹੜਾ ਬਾਗ ਸੀਗਾ ਉੱਥੇ ਫਿਰ ਦੇਖਦੇ ਹਾਂ। He thought he succeeded at the cross through his death. ਔਰ ਦੇਖਿਆ ਕਿਸ ਤਰ੍ਹਾਂ ਕਿ ਉਸ ਜਿਹੜਾ ਸ਼ੈਤਾਨ ਸੋਚਦਾ ਸੀਗਾ ਕਿ ਹਾਂ ਮੈਂ ਉਹਨੂੰ ਸਲੀਬ ਤੇ ਮਾਰ ਦਿੱਤਾ ਆ। But it was there that Satan was crushed. ਔਰ ਉੱਥੇ ਕੀ ਅਸੀਂ ਕੀ ਦੇਖਦੇ ਹਾਂ ਕਿ ਕਿਸ ਤਰ੍ਹਾਂ ਉੱਥੇ ਸ਼ੈਤਾਨ ਨੂੰ ਕੁਚਲਿਆ ਗਿਆ। Jesus died for sinners. ਕਿ ਪ੍ਰਭੂ ਯਿਸੂ ਮਸੀਹ ਜਿਹੜੀ ਮੌਤ ਸੀਗੀ ਉਹ ਪਾਪੀਆਂ ਦੇ ਵਾਸਤੇ ਹੋਈ ਸੀ। Satan is defeated. His teeth have been knocked out. ਔਰ ਉੱਥੇ ਕੀ ਦੇਖਦੇ ਹਾਂ ਕਿ ਜੋ ਪ੍ਰਭੂ ਯਿਸੂ ਮਸੀਹ ਦੇ ਸਲੀਬ ਤੇ ਉੱਤੇ ਉਹਨੂੰ ਹਰਾਇਆ ਔਰ ਜਿਹੜੇ ਦੰਦ ਕੱਢੇ ਗਏ। His power has been broken. ਜਿਹੜੀ ਉਹਦੀ ਤਾਕਤ ਆ ਉਹਨੂੰ ਤੋੜਿਆ ਗਿਆ। And we see here in verse 5 that he's caught up to God on his throne. ਔਰ ਇੱਥੇ ਵੀ ਕੀ ਦੇਖਦੇ ਹਾਂ ਕਿ ਜਿਹੜੀ ਪੰਜਵੀਂ ਆਇਤ ਕਿ ਕਿਸ ਤਰ੍ਹਾਂ ਪਰਮੇਸ਼ਰ ਨੂੰ ਪ੍ਰਭੂ ਨੂੰ ਉੱਥੇ ਸਿੰਘਾਸਨ ਦੇ ਉੱਤੇ ਬਿਰਾਜਮਾਨ ਕੀਤਾ ਗਿਆ। Jesus ascended. ਔਰ ਪ੍ਰਭੂ ਨੂੰ ਤਾਂ ਉਠਾਇਆ ਗਿਆ ਸਵਰਗ ਦੇ ਵਿੱਚ। And Satan now cannot reach him ਔਰ ਹੁਣ ਇਸ ਵੇਲੇ personally. ਜਿਹੜਾ ਸ਼ੈਤਾਨ ਆ ਉਹ ਪ੍ਰਭੂ ਦੇ ਕੋਲ ਉਹਦਾ ਜਾ ਕੇ ਨੁਕਸਾਨ ਨਹੀਂ ਕਰ ਸਕਦਾ। But is that the end of Satan? ਕੀ ਇੱਥੇ ਗੱਲ ਮੁੱਕ ਗਈ, ਹੁਣ ਖਤਮ ਹੋ ਗਿਆ ਦਾ ਕੰਮ? No, it's not. ਹਾਲੇ ਨਹੀਂ। We'll see more of this next time. ਔਰ ਅਸੀਂ ਹੋਰ ਤੇ ਫਿਰ ਅਗਲੀ ਵਾਰੀ ਧਿਆਨ ਦੇਵਾਂਗੇ। But in Revelation chapter 12 verse 6, ਔਰ ਜਿਹੜਾ 12 ਦੀ 6 ਆਇਤ ਆ it says, Then the woman fled into the wilderness where she has a place prepared by God that they should feed her there 1260 days. ਪਰ ਅਸੀਂ ਕੀ ਦੇਖਦੇ 12:6 ਦੇ ਵਿੱਚ, ਅਤੇ ਉਹ ਇਸਤਰੀ ਜਾੜ ਵਿੱਚ ਨੱਸ ਗਈ ਜਿੱਥੇ ਪਰਮੇਸ਼ਰ ਦੀ ਵੱਲੋਂ ਇੱਕ ਥਾਂ ਉਹਦੇ ਲਈ ਤਿਆਰ ਕੀਤਾ ਹੋਇਆ ਹੈ ਬਈ ਉੱਥੇ 1260 ਦਿਨ ਉਹਦੀ ਪਿਰਤਪਾਲ ਹੋਵੇ। This speaks about the fact that after Christ was caught up in to go to heaven, ਔਰ ਇੱਥੇ ਕੀ ਦੇਖਦੇ ਕਿ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਜਿਹੜਾ ਸਵਰਗ ਦੇ ਵਿੱਚ ਉਠਾਇਆ ਗਿਆ, the woman flees into the wilderness. ਕਿ ਜਿਹੜੀ ਔਰਤ ਆ ਉਹ ਬੀਆਬਾਨ ਨੂੰ ਨੱਠਦੀ ਆ। What is this saying? ਔਰ ਇੱਥੇ ਕੀ ਕਹਿ ਰਿਹਾ? Any person who would have read this in the time of John would understand this. ਔਰ ਕਿ ਜਿਹੜਾ ਯਹੋਨਾ ਦੇ ਦਿਨਾਂ ਦੇ ਵਿੱਚ ਇਹ ਕੋਈ ਪੜ੍ਹਦਾ ਤੇ ਫਿਰ ਉਹ ਸਮਝ ਸਕਦਾ ਸੀ। This is a reference to Israel who were in the desert. ਔਰ ਇਹ ਕਿ ਜਿਹੜੇ ਪ੍ਰਭੂ ਦੇ ਲੋਕ ਜਦੋਂ ਬੀਆਬਾਨ ਦੇ ਵਿੱਚ ਸੀਗੇ, On their way to the promised land. ਕਿ ਜਦੋਂ ਉਹ ਵਾਅਦੇ ਵਾਲੀ ਧਰਤੀ ਨੂੰ ਸੀਗੇ ਜਾ So ਰਹੇ। this is saying ਔਰ ਇੱਥੇ ਕਹਿ ਰਿਹਾ that now Christ has ascended. ਕਿ ਹੁਣ ਇਸ ਵੇਲੇ ਮਸੀਹ ਸਵਰਗ ਨੂੰ ਉਠਾਇਆ ਗਿਆ। The woman that represents the ਕਿ church. ਜਿਹੜੀ ਇਹ ਇਸਤਰੀ ਆ ਉਹ ਜਿਹੜੀ ਪ੍ਰਭੂ ਦੇ ਲੋਕ ਮੰਡਲੀ ਨੂੰ ਯਾਦ ਕਰਦੀ And ਆ। now in this world, like the Israelites are in the wilderness. ਕਿ ਹੁਣ ਇਸ ਵੇਲੇ ਉਹ ਹੈਗੇ ਆ ਕਿ ਜਿਸ ਤਰ੍ਹਾਂ ਜਿਹੜੀ ਇਜ਼ਰਾਈਲੀ ਬੀਆਬਾਨ ਜੰਗਲ ਦੇ ਵਿੱਚ ਸੀ। The Israelites were protected by God. ਕਿ ਕਿੱਦਾਂ ਸੀਗੇ ਉਹ ਉਹਨਾਂ ਦੀ ਹਿਫਾਜ਼ਤ ਕੀਤੀ ਗਈ। He kept them as a nation. ਔਰ ਪਰਮੇਸ਼ਰ ਨੇ ਉਹਨਾਂ ਨੂੰ ਇੱਕ ਕੌਮ ਦੀ ਤਰ੍ਹਾਂ ਸੰਭਾਲ ਕੇ He ਰੱਖਿਆ। provided water for them ਔਰ ਪਰਮੇਸ਼ਰ ਨੇ ਉਹਦਾ ਵਾਸਤੇ ਪਾਣੀ ਦਾ ਇੰਤਜ਼ਾਮ ਕੀਤਾ। from a rock and manna and quails. ਔਰ ਉਹ ਕਿ ਜਿਹੜਾ ਇੱਕ
ਜਿਹੜਾ ਸੀਗਾ ਰੌਕ ਪੱਥਰ ਦੇ ਵਿੱਚੋਂ ਚਟਾਨ ਦੇ Their- ਵਿੱਚੋਂ ਉਹਨਾਂ ਨੂੰ ਪਾਣੀ ਦਿੱਤਾ Their shoes did not wear out for 40 years. ਕਿ 40 ਸਾਲ ਜਦੋਂ ਉਹਨਾਂ ਦੇ ਜਿਹੜੇ ਜੁੱਤੀਆਂ ਸੀ ਨਹੀਂ ਕਸੀਆਂ This is saying Christ is in heaven, ਔਰ ਇਹ ਕੀ ਕਹਿ ਰਿਹਾ ਕਿ ਜਿਹੜਾ ਮਸੀਹ ਆ ਸਵਰਗ ਦੇ ਵਿੱਚ ਆ but the church now is still under attack by the devil. ਕਿ ਹੁਣ ਇਸ ਵੇਲੇ ਹਾਲੇ ਜਿਹੜਾ ਆ ਉਹ ਪ੍ਰਭੂ ਦੇ ਜਿਹੜੇ ਲੋਕ ਆ ਚਰਚ ਆ ਉਹ ਸ਼ੈਤਾਨ ਦਾ ਉਹਨਾਂ ਤੇ ਹਮਲਾ ਹੁੰਦਾ ਆ But ਪਰ just like the Israelites were in the wilderness, ਕਿ ਜਿਸ ਤਰ੍ਹਾਂ ਜਿਹੜੇ ਇਸرائیਲੀ ਆ ਜਿਹੜੇ ਸੀ ਬੀਆਬਾਨ ਦੇ ਵਿੱਚ ਸੀ where they were provided for by God, ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਉਹਨਾਂ ਦਾ ਇੰਤਜ਼ਾਮ ਕੀਤਾ ਸੀ where they went through tests and trials and temptations, ਕਿ ਕਿਸ ਤਰ੍ਹਾਂ ਉਹ ਜਿਹੜੇ ਇਮਤਿਹਾਨ ਦੇ ਵਿੱਚ ਗਏ ਅਜ਼ਮਾਇਸ਼ਾਂ ਦੇ ਵਿੱਚ ਦੀ ਲੰਘ ਕੇ ਗਏ where God showed them love, He taught them lessons, ਔਰ ਕਿਸ ਤਰ੍ਹਾਂ ਪਰਮੇਸ਼ਰ ਨੇ ਉਹਨਾਂ ਨੂੰ ਪਿਆਰ ਦਿਖਾਇਆ ਉਹਨਾਂ ਨੂੰ ਸਿਖਾਇਆ and He kept them. ਔਰ ਉਹਨਾਂ ਨੂੰ ਸੰਭਾਲਿਆ Likewise, He will keep His church. ਔਰ ਇਸੇ ਤਰ੍ਹਾਂ ਹੁਣ ਜਿਹੜਾ ਆ ਪਰਮੇਸ਼ਰ ਆਪਣੀ ਕਲੀਸਿਆ ਨੂੰ ਆਪਣੇ ਲੋਕਾਂ ਨੂੰ ਸੰਭਾਲ ਕੇ He ਰੱਖੂਗਾ will give them the resources they need, ਔਰ ਪਰਮੇਸ਼ਰ ਉਹਨਾਂ ਦੀਆਂ ਲੋੜਾਂ ਨੂੰ ਪੂਰੀਆਂ ਕਰੂਗਾ ਜੋ ਉਹਨਾਂ ਦੀਆਂ ਲੋੜਾਂ ਆ so that when they are attacked by the devil, ਕਿ ਜਦੋਂ ਸ਼ੈਤਾਨ ਦਾ ਉਹਨਾਂ ਤੇ ਹਮਲਾ ਹੁੰਦਾ ਆ they will know victory. ਔਰ ਫਿਰ ਉਹ ਜਿੱਤ ਨੂੰ ਪਾਉਣਗੇ ਜਿੱਤ ਨੂੰ ਮਹਿਸੂਸ For ਕਰਨਗੇ 1260 days, I'll explain that next time. ਔਰ ਫਿਰ ਫਿਰ ਅਗਲੀ ਵਾਰੀ ਇੱਥੇ ਧਿਆਨ ਦੇਵਾਂਗੇ ਕਿ ਜਿਹੜੇ ਇਹ 1260 ਦਿਨ ਆ ਉਹ ਕੀ ਆ But this is saying God is with us just as He was with Israel, He's with His church. ਔਰ ਕੀ ਕਹਿਣਾ ਚਾਹੁੰਦਾ ਆ ਕਹਿੰਦਾ ਕਿ ਜਿਸ ਤਰ੍ਹਾਂ ਪਰਮੇਸ਼ਰ ਇਜ਼ਰਾਈਲੀਆਂ ਦੇ ਨਾਲ ਸੀਗਾ ਔਰ ਇਸ ਵੇਲੇ ਹੁਣ ਵੀ ਪ੍ਰਭੂ ਆਪਣੇ ਲੋਕਾਂ ਦੇ ਨਾਲ ਆ And He'll take them to the promised land. ਔਰ ਉਹਨਾਂ ਨੂੰ ਉਹ ਵਾਅਦੇ ਵਾਲੀ ਧਰਤੀ ਉੱਤੇ ਲੈ ਕੇ ਜਾਊਗਾ So these verses show us the conflict between Christ and Satan. ਔਰ ਇਹ ਜਿਹੜੀਆਂ ਆਇਤਾਂ ਅਸੀਂ ਦੇਖਦੇ ਹਾਂ ਕਿ ਜਿਹੜੀ ਲੜਾਈ ਆ ਉਹ ਸ਼ੈਤਾਨ ਦੀ ਜੋ ਪ੍ਰਭੂ ਦੇ ਨਾਲ ਲੱਗੀ ਹੋਈ ਆ And next time we'll concentrate more on the woman, that's the church. ਔਰ ਫਿਰ ਅਗਲੀ ਵਾਰ ਅਸੀਂ ਦੇਖਾਂਗੇ ਜ਼ਿਆਦਾ ਧਿਆਨ ਦੇਵਾਂਗੇ ਕਿ ਜਿਹੜੀ ਔਰਤ ਜਿਹੜੀ ਪ੍ਰਭੂ ਦੇ ਜਿਹੜੇ ਲੋਕ ਆ ਉਹਨਾਂ ਦੇ ਉੱਤੇ But you say, look, you've said a lot. ਔਰ ਤੁਸੀਂ ਕਹਿ ਸਕਦੇ ਬਹੁਤ ਕੁਝ ਕਹਿ ਦਿੱਤਾ But what difference does this make to my life? ਔਰ ਤੁਸੀਂ ਕਹਿ ਸਕਦੇ ਕਿ ਮੇਰੀ ਜ਼ਿੰਦਗੀ ਤੇ ਇਹਦਾ ਕੀ ਅਸਰ ਹੁੰਦਾ ਆ Well, it shows that we live in a world where there are forces that influence us. ਔਰ ਫਿਰ ਅਸੀਂ ਕਹਿ ਸਕਦੇ ਅਸੀਂ ਦੇਖੀਏ ਕਿ ਜਿਸ ਦੁਨੀਆ 'ਚ ਅਸੀਂ ਰਹਿ ਰਹੇ ਹਾਂ ਜਿੱਥੇ ਜਿਹੜੀਆਂ ਤਾਕਤਾਂ ਆ ਉਹ ਸਾਡੇ ਖਿਲਾਫ ਆ There is sin within us that influences us. ਔਰ ਉਹ ਕਿ ਜਿਹੜਾ ਪਾਪ ਸਾਡਾ ਖੁਦ ਜਿਹੜਾ ਸਾਡੇ ਖਿਲਾਫ ਆ There is the world. ਔਰ ਦੁਨੀਆ ਜਿਹੜੀ ਹੈਗੀ ਆ That's a force from outside. But there's also Satan, another force from outside. ਔਰ ਕਿ ਜਿਹੜੀ ਦੁਨੀਆ ਹੈਗੀ ਆ ਜਿਹੜੀ ਸਾਡੇ ਉੱਤੇ ਹਮਲਾ ਕਰਦੀ ਆ ਔਰ ਸਾਨੂੰ ਉਹ ਤਬਾਹ ਕਰਨਾ ਚਾਹੁੰਦੀ ਆ ਔਰ ਫਿਰ ਜਿਹੜਾ ਸ਼ੈਤਾਨ ਆ ਉਹ ਵੀ ਚਾਹੁੰਦਾ ਆ ਕਿ ਸਾਨੂੰ ਉਹ ਖਤਮ ਕਰੇ We're in the wilderness. ਅਸੀਂ ਬੀਆਬਾਨ ਦੇ ਵਿੱਚ You'll ਆ undergo trials and temptations. ਕਿ ਅਸੀਂ ਜਦੋਂ ਅਜ਼ਮਾਇਸ਼ਾਂ ਦੇ ਵਿੱਚ ਜਿਹੜੇ ਦੁੱਖਾਂ ਦੇ ਵਿੱਚ ਲੰਘ ਕੇ ਜਾਂਦੇ ਆ Satan hates Christ. ਜਿਹੜਾ ਸ਼ੈਤਾਨ ਆ ਉਹ ਮਸੀਹ ਨਾਲ ਨਫ਼ਰਤ He's ਕਰਦਾ hell bent on destroying him. ਔਰ ਉਹ ਕੀ ਚਾਹੁੰਦਾ ਆ ਕਿ ਮੈਂ ਮਸੀਹ ਨੂੰ ਉਹਦੇ ਲੋਕਾਂ ਨੂੰ ਖਤਮ ਕਰ ਦੇਵਾਂ But he can't. ਉਹ ਨਹੀਂ ਕਰ ਸਕਦਾ Because Christ is victorious. ਕਿਉਂਕਿ ਜਿਹੜਾ ਮਸੀਹ ਆ ਪ੍ਰਭੂ ਆ ਉਹ ਜੇਤੂ ਆ And Satan hates the church. ਔਰ ਜਿਹੜਾ ਸ਼ੈਤਾਨ ਆ ਉਹ ਮੰਡਲੀ ਨੂੰ ਪ੍ਰਭੂ ਦੇ ਲੋਕਾਂ ਨੂੰ ਨਫ਼ਰਤ And he'll ਕਰਦਾ oppose you because you are Christ. ਔਰ ਉਹ ਤੁਹਾਡਾ ਵਿਰੋਧ ਕਰੂਗਾ ਕਿਉਂਕਿ ਤੁਸੀਂ ਮਸੀਹ ਦੇ ਆ And we need to be aware of his lies and this conflict and his deception. ਔਰ ਸਾਨੂੰ ਹੈਗਾ ਕਿ ਅਸੀਂ ਸਾਵਧਾਨ ਹੋਈਏ ਕਿ ਉਹ ਜਿਹੜਾ ਸ਼ੈਤਾਨ ਆ ਉਹ ਝੂਠ ਬੋਲਣ ਵਾਲਾ ਆ ਉਹ ਝੂਠੇ ਦਾਅਵੇ ਕਰਨ He ਵਾਲਾ will do everything to distract you from Christ. ਔਰ ਉਹ ਕੁਝ ਵੀ ਕਰਨ ਨੂੰ ਤਿਆਰ ਆ ਕਿ ਉਹ ਤੁਹਾਡਾ ਜਿਹੜਾ ਮਨ ਆ ਤੁਹਾਡਾ ਦਿਲ ਮਨ ਆ ਉਹ ਮਸੀਹ ਤੋਂ ਲਾ ਦੇਵੇ He will convince you that watching that program is more important than prayer. ਔਰ ਉਹ ਕੀ ਕਹਿੰਦਾ ਉਹ ਇੱਕ ਤੁਹਾਡੀ ਕੋਸ਼ਿਸ਼ ਕਰੂਗਾ ਕਿ ਚਲੋ ਪ੍ਰਾਰਥਨਾ ਕਰਨ ਦੇ ਬਜਾਏ ਜਿਹੜਾ ਪ੍ਰੋਗਰਾਮ ਦੇਖਣਾ ਉਹੀ ਦੇਖ ਲੈਂਦੇ Sure, ਆ nothing wrong with watching a program, ਗਲਤ ਨਹੀਂ ਹੈਗਾ ਪ੍ਰੋਗਰਾਮ ਦੇਖਣਾ but often we get addicted to these things and we neglect prayer. ਔਰ ਕੀ ਹੁੰਦਾ ਕਿ ਅਸੀਂ ਕਈ ਵਾਰੀ ਉਹਨਾਂ ਗੱਲਾਂ ਵਿੱਚ ਜਿਹੜੇ ਆ ਉਹ ਲੱਗ ਜਾਂਦੇ ਆ ਔਰ ਜਿਹੜੀ ਪ੍ਰਾਰਥਨਾ ਆ ਉਹਨੂੰ ਅਸੀਂ ਘੱਟ You will do ਕਰਦੇ ਹਾਂ everything to take you away from God's word. ਔਰ ਜੋ ਵੀ ਉਹ ਕੁਝ ਕਰਨਾ ਚਾਹੁੰਦਾ ਕਰੂਗਾ ਕਿ ਪਰਮੇਸ਼ਰ ਦੇ ਵਚਨ ਨਾਲ ਤੈਨੂੰ ਉਹ ਦੂਰ ਰੱਖੇ He'll convince you that you don't need to do much for God. ਔਰ ਉਹ ਤੈਨੂੰ ਇਹ ਕਰੂਗਾ ਕੋਸ਼ਿਸ਼ ਹਾਂ ਕਿ ਤੈਨੂੰ ਕੋਈ ਜ਼ਿਆਦਾ ਲੋੜ ਨਹੀਂ ਪ੍ਰਭੂ ਦੇ That you need to ਲੱਗੇ put more energy into getting a big bank account and getting a wonderful career. ਔਰ ਉਹ ਕੀ ਕਹਿੰਦਾ ਆ ਕਿ ਤੁਸੀਂ ਆਪਣੇ ਜਿਹੜੇ ਤਾਕਤ ਆ ਜ਼ੋਰ ਆ ਜੋ ਤੈਨੂੰ ਦੁਨੀਆ ਦੇ ਵਿੱਚ ਚਾਹੀਦਾ ਆ ਜਿਹੜੇ ਪੈਸਾ ਤੇਲਾ ਜਾਂ ਬੈਂਕਾਂ ਦੇ ਵਿੱਚ ਹੋਵੇ ਜਾਂ ਤੁਹਾਡੀ ਤਾਕਤ ਹੋਵੇ
he often inspires that laziness and that apathy towards spiritual things. ਕਿ ਉਹ ਕੀ ਕਰਦਾ ਕਿ ਸਾਨੂੰ ਆਤਮਿਕ ਗੱਲਾਂ ਆਤਮਿਕ ਕੰਮਾਂ ਦੇ ਵੱਧ ਸਾਨੂੰ ਉਹ ਆਲਸੀ ਬਣਾ ਦਿੰਦਾ ਹੈ He will try to convince you to compromise your morality. ਔਰ ਉਹ ਕੀ ਕਹਿੰਦਾ ਕਿ ਉਹ ਸਾਨੂੰ ਕੀ ਕਹਿੰਦਾ ਕਿ ਤੁਸੀਂ ਜਿਹੜੀ ਹਰਾਮ ਕਰੀ ਉਹਦੇ ਨਾਲ ਸਮਝੌਤਾ ਕਰ ਲਓ Oh, it doesn't matter, everybody's doing it. ਕਿ ਕੋਈ ਫਰਕ ਨਹੀਂ ਸਾਰੇ ਇਹ ਕੁਛ ਕਰਦੇ ਆ He will do anything to get you caught up in the world. ਔਰ ਉਹ ਕੁਛ ਵੀ ਕਰੂਗਾ ਕਿ ਜਿਹੜਾ ਤੁਸੀਂ ਦੁਨੀਆ ਦੇ ਵਿੱਚ ਫਸ ਜਾਵੋ He will use the gym and sports. ਔਰ ਕਿ ਕਿਸ ਤਰ੍ਹਾਂ ਉਹ ਕਿ ਜਿਹੜੀ ਕਸਰਤ ਜਿੱਥੇ ਘਰ ਦੇ ਜਾ ਕੇ ਜਿਹੜੀ ਜਿਮ ਆ ਉਹਨੂੰ ਕਿੰਨਾ ਜ਼ਰੂਰੀ ਸਮਝਾ Which ਦੇ are good things. ਕਿ ਜਿਹੜਾ ਚੰਗਾ ਤਾਂ ਹੈ But often they can push Christ out. ਔਰ ਕੀ ਹੁੰਦਾ ਕਿ ਕਈ ਵਾਰੀ ਸਾਨੂੰ ਇਹ ਜਿਹੜੀਆਂ ਚੀਜ਼ਾਂ ਦੁਨੀਆ ਦੀਆਂ ਇਹ ਸਾਨੂੰ ਮਸੀਹ ਸਾਡੇ ਵਿੱਚੋਂ ਦੂਰ ਕਰ ਦਿੰਦੀਆਂ He will convince you that you don't need to share the gospel with others. ਔਰ ਕੀ ਕਹਿੰਦਾ ਉਹ ਕਿ ਸਾਨੂੰ ਕੋਸ਼ਿਸ਼ ਕਰਦਾ ਕਿ ਕੀ ਲੋੜ ਹੈ ਤੁਹਾਨੂੰ ਦੁਨੀਆ ਦੇ ਲੋਕਾਂ ਨੂੰ ਤੁਸੀਂ ਖੁਸ਼ਖਬਰੀ ਵੰਡੋ When we're ill, he'll convince you that God is against you. ਔਰ ਜਦੋਂ ਕਈ ਵਾਰੀ ਅਸੀਂ ਬਿਮਾਰ ਹੁੰਨੇ ਆ ਜਾਂ ਸਾਡੀ ਸਿਹਤ ਨਹੀਂ ਠੀਕ ਹੁੰਦੀ ਉਹ ਸਾਨੂੰ ਕੀ ਕਹਿੰਦਾ ਸ਼ੈਤਾਨ ਆ ਕੇ ਪਰਮੇਸ਼ਰ ਤੁਹਾਡੇ ਖਿਲਾਫ ਆ When things are bad, he'll try and make you rebel against God. ਔਰ ਉਸ ਸਮੇਂ ਵੀ ਕੀ ਕਰਦਾ ਸ਼ੈਤਾਨ ਕਿ ਜਦੋਂ ਸਾਰਾ ਕੁਝ ਨਹੀਂ ਠੀਕ ਹੁੰਦਾ ਉਹ ਕਹਿੰਦਾ ਕਿ ਅਸੀਂ ਪ੍ਰਭੂ ਦੇ ਖਿਲਾਫ ਬਗਾਵਤ ਕਰੀਏ Young people, he'll convince you that you need to party. ਔਰ ਜਿਹੜੇ ਜਵਾਨ ਆ ਖਾਸ ਕਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਪਾਰਟੀਆਂ ਤੋਂ ਲੱਗੇ ਰਹੋ And you need to get drunk. ਔਰ ਤੁਹਾਨੂੰ ਤੁਸੀਂ ਆਪਣੇ ਨਸ਼ਿਆਂ ਦੇ ਵਿੱਚ ਨਸ਼ੇ You're young, enjoy your life. ਕਿ ਜਿਹੜੀ ਇਸ ਵੇਲੇ ਤੁਹਾਡੀ ਜਵਾਨੀ ਦੀ ਉਮਰ ਆ ਤੁਸੀਂ ਆਪਣੀ ਇੰਜੋਇਮੈਂਟ ਕਰੋ He will do anything to destroy Christ because he hates Christ. ਔਰ ਉਹ ਕੁਛ ਵੀ ਕਰੂਗਾ ਕਿ ਜੋ ਵੀ ਪਰਮੇਸ਼ਰ ਦਾ ਪ੍ਰਭੂ ਦਾ ਜਿਹੜਾ ਕੰਮ ਆ ਜਾਂ ਪ੍ਰਭੂ ਨੂੰ ਉਹ ਖਤਮ ਕਰੇ But we need to remember ਪਰ ਸਾਨੂੰ ਇਹ ਯਾਦ ਰੱਖਣ ਦੀ ਲੋੜ we ਆ are in the wilderness ਕਿ ਅਸੀਂ ਇਸ ਵੇਲੇ ਬੀਆਬਾਨ ਦੇ ਵਿੱਚ ਆ and God will keep us ਪਰ ਪਰਮੇਸ਼ਰ ਸਾਨੂੰ ਸੰਭਾਲ ਕੇ ਰੱਖੂਗਾ and make provision for us ਔਰ ਸਾਡੇ ਵਾਸਤੇ ਇੰਤਜ਼ਾਮ ਕਰੂਗਾ as he did with the Israelites ਕਿ ਜਿਸ ਤਰ੍ਹਾਂ ਇਜ਼ਰਾਈਲੀਆਂ ਦੇ ਵਾਸਤੇ ਉਹਨੇ ਕੀਤਾ ਸੀ so that we are victorious over Satan. ਤਾਂ ਕਿ ਅਸੀਂ ਜੋ ਜਿਹੜਾ ਸ਼ੈਤਾਨ ਆ ਉਹਦੇ ਉੱਤੇ ਅਸੀਂ ਜਿੱਤੂ We ਹੋਈ need ਜਿੱਤ to ਪਾਈ remember his teeth have been knocked out ਔਰ ਇਹ ਯਾਦ ਰੱਖਣ ਦੀ ਲੋੜ ਆ ਕਿ ਜਿਹੜੇ ਉਹਦੇ ਦੰਦ ਆ ਉਹ ਕੱਟੇ ਹੋਏ ਆ and we need to overcome. ਔਰ ਉਹਦੇ ਉੱਤੇ ਅਸੀਂ ਜਿੱਤ ਪਾਉਣੀ ਆ How do we do that? ਇਹ ਕਿਸ ਤਰ੍ਹਾਂ ਕਰਦੇ ਆ We'll see next time. ਔਰ ਅਗਲੀ ਵਾਰ ਅਸੀਂ ਦੇਖਾਂਗੇ Amen. ਆਮੀਨ Let's have our last hymn. ਹੁਣ ਅਸੀਂ ਅਖੀਰਲਾ ਜਿਹੜਾ ਗੀਤ ਹੈ ਗਾਵਾਂਗੇ After that, we will close in prayer. ਉਸ ਤੋਂ ਬਾਅਦ ਅਸੀਂ ਪ੍ਰਾਰਥਨਾ ਵਿੱਚ ਮੀਟਿੰਗ ਬੰਦ ਕਰਾਂਗੇ परम पिता की हम स्तुति गाए वो ही है जो बचाता हमें सारे पाप को करता क्षमा सारे रोग को करता चंगा परम पिता की हम स्तुति गाए वो ही है जो बचाता हमें धन्यवाद दे उसके आसनों में आनंद से आए उसके चरणों में संगीत गाए खुशी से मुक्ति की चर्चा की जय ललकारे परम पिता की हम स्तुति गाए वो ही है जो बचाता हमें वही हमारा है परम पिता तरस खाता है सर्व सदा पूरब से पश्चिम है जितनी दूर उतनी ही दूर की हमारे रसूल परम पिता की हम स्तुति गाए वही है जो बचाता हमें माँ की तरह उसने दी
चली, दुनिया के खतरों में छोड़ा नहीं, खालिस दूध कमाल का दिया और दी हमेशा की जिंदगी। परम पिता की हम स्तुति गाए, वही है जो बचाता हमें। चरवाहे की माँ दिल में ढूंढा उसने, पापों की कीट से निकाला हमें, हमको बचाने को जान अपनी दे, ताकि हाथ में हम उसके रहे। परम पिता की हम स्तुति गाए, वही है जो बचाता हमें। घोंसले को बार बार तोड़कर उसने चाहा कि सीखे हम उड़ना उससे, पैरों पर उठाया उकाब की तरह, ताकि हमको चोट न लगे। परम पिता की हम स्तुति गाए, वही है जो बचाता हमें। Let's pray. आओ प्रार्थना करिए। Father, we thank you for this vivid and rich picture in Revelation ਪਿਤਾ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਜੋ ਸਾਫ਼ ਔਰ ਜਿਹੜੀ ਸਾਨੂੰ ਤਸਵੀਰ ਇਹ ਦੇਖਣ ਨੂੰ ਮਿਲਦੀ ਆ of the conflict between Christ and Satan. ਕਿ ਜੋ ਇਹ ਹੈਗੀ ਹੈ ਲੜਾਈ ਸ਼ੈਤਾਨ ਦੀ ਮਸੀਹ ਦੇ ਨਾਲ। Father, Lord, help us to be vigilant, ਔਰ ਪਿਤਾ ਜੀ ਸਾਡੀ ਤੁਸੀਂ ਮਦਦ ਕਰੋ ਕਿ ਸੱਚਮੁੱਚ ਅਸੀਂ ਸਾਵਧਾਨ ਅਸੀਂ ਜਾਗਦੇ ਰਹੀਏ because Satan is a roaring lion seeking who he may devour. ਕਿ ਕਿਸ ਤਰ੍ਹਾਂ ਜਿਹੜਾ ਸ਼ੈਤਾਨ ਆ ਉਹ ਬੁੱਕ ਦੇ ਸ਼ੀ ਵਾਂਗੂ ਹੈਗਾ ਆ ਘੁੰਮਦਾ ਫਿਰਦਾ ਕਿ ਕਿਹਨੂੰ ਉਹ ਪਾੜ ਖਾਵੇ। Help us to be aware of his devices. ਔਰ ਭਾਜੀ ਸਾਨੂੰ ਤੁਸੀਂ ਸਾਵਧਾਨ ਰੱਖੋ ਕਿ ਕਿਸ ਤਰ੍ਹਾਂ ਉਹਦੇ ਜਿਹੜੇ ਸ਼ਿਕੰਜੇ ਆ ਉਹਨਾਂ 'ਚ ਫਸ ਨਾ ਜਾਈਏ And help us to overcome, ਔਰ ਅਸੀਂ ਭਾਜੀ ਜਿੱਤ ਪਾਉਣ ਵਾਲੇ ਹੋਈਏ knowing that, Lord, he has been crushed. ਔਰ ਇਹ ਅਸੀਂ ਯਾਦ ਰੱਖੀਏ ਕਿ ਸੱਚਮੁੱਚ ਉਹਨੂੰ ਕੁਚਲਿਆ ਹੋਇਆ And, Lord, we can know victory in Christ. ਔਰ ਅਸੀਂ ਯਾਦ ਰੱਖੀਏ ਕਿ ਅਸੀਂ ਮਸੀਹ ਦੇ ਵਿੱਚ ਜਿੱਤ ਪਾ ਸਕਦੇ Lord, ਹਾਂ। even this week we pray ਔਰ ਇਸ ਹਫਤੇ ਵੀ ਪ੍ਰਭੂ ਜੀ ਸਾਡੀ ਪ੍ਰਾਰਥਨਾ as ਹੈ we go about our business. ਜਦੋਂ ਅਸੀਂ ਇਸ ਦੁਨੀਆ 'ਚ ਜੋ ਵੀ ਆਪਣਾ ਸਾਡਾ ਕਾਰੋਬਾਰ ਕੋਈ ਕਰਦੇ ਹਾਂ Help us to be aware of his fiery darts ਔਰ ਜੋ ਪ੍ਰਭੂ ਜੀ ਦੇ ਅਗਨੀ ਬਾਣ ਹੈਗੇ ਆ ਉਹਨਾਂ ਦਾ ਅਸੀਂ ਖਿਆਲ ਰੱਖੀਏ that try to draw us away from Christ. ਔਰ ਕਿਸ ਤਰ੍ਹਾਂ ਜਦੋਂ ਉਹ ਸਾਨੂੰ ਮਸੀਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੂਗਾ। We pray these things in his name. ਇਹ ਸਾਰਾ ਕੁਝ ਅਸੀਂ ਮੰਗਦੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। Amen. Thank you for listening to this message. For further information, visit www.emmanuelhansworth.org.uk.